ਸਤਿ ਸ਼੍ਰੀ ਅਕਾਲ। ਮੁੱਦਾ ਗਰਮ ਹੈ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨ ਬੇਦੀ ਤੇ ਅੱਜ ਗੱਲਬਾਤ ਕਰਾਂਗੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਮਾਮਲੇ ਦੀ, ਜਿਹਦੇ ਵਿੱਚ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਨਾਮ ਬਾਰ-ਬਾਰ ਲਿਆ ਜਾਂਦਾ ਹੈ। ਵੱਡੇ ਪੱਧਰ ਦੇ ਉੱਤੇ ਉਹਨਾਂ ਤੇ ਵੀ ਜਿਹੜੇ ਆਰੋਪ ਲਗਾਏ ਜਾਂਦੇ ਨੇ ਔਰ CBI ਦੇ ਕੋਲ ਇਸ ਵੇਲੇ ਮਾਮਲਾ ਜਾ ਚੁੱਕਾ ਹੈ। ਇਹਦੇ ਬਾਰੇ ਅਸੀਂ ਗੱਲ ਅੱਜ ਤਾਂ ਕਰ ਰਹੇ ਹਾਂ ਕਿਉਂਕਿ ਇਹਦੇ ਵਿੱਚ ਇੱਕ ਨਵੀਂ ਅਪਡੇਟ ਹੋਈ ਹੈ। ਚਾਰਜਸ਼ੀਟ ਕੀਤੇ ਗਏ ਨੇ 5 ਅਧਿਕਾਰੀਆਂ ਦੇ ਨਾਮ। ਤਾਂ ਸਵਾਲ ਵੱਡਾ ਇਹ ਹੈ ਕਿ ਇਹਦੇ ਵਿੱਚ ਸਾਧੂ ਸਿੰਘ ਧਰਮਸੋਤ ਹੋਰਾਂ ਦਾ ਨਾਮ ਸ਼ਾਮਲ ਨਹੀਂ ਹੈ ਤਾਂ ਜਾਂਚ ਦੇ ਵਿੱਚ ਕਿੰਨੀ ਕੁ ਪਾਰਦਰਸ਼ਤਾ ਹੈ, ਤਾਂ तमाम ਤਰ੍ਹਾਂ ਦੇ ਪੱਖਾਂ ਉੱਤੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤਾਰੂਫ ਕਰਾ ਦਿੰਦੇ ਆ, ਸਾਡੇ ਨਾਲ ਐਡਵੋਕੇਟ ਰਵਿੰਦਰ ਸਿੰਘ ਨੇ, ਸਪੋਕਸਪਰਸਨ ਨੇ ਆਮ ਆਦਮੀ ਪਾਰਟੀ ਦੇ। ਸਾਡੇ ਨਾਲ ਸਾਹਿਲ ਸਾਂਪਲਾ ਜੀ ਨੇ, ਆਗੂ ਨੇ ਪੰਜਾਬ ਭਾਜਪਾ ਦੇ। ਨਰਿੰਦਰ ਸਿੰਘ ਸੰਧੂ ਨੇ, ਜੁਆਇੰਟ ਸੈਕਟਰੀ ਨੇ ਪੰਜਾਬ ਕਾਂਗਰਸ ਦੇ। ਤੇ ਪਵਨ ਕੁਮਾਰ ਟੀਨੂ ਨੇ, ਵਿਧਾਇਕ ਨੇ ਆਦਮਪੁਰ ਤੋਂ, ਸ਼੍ਰੋਮਣੀ ਅਕਾਲੀ ਦਲ ਦੇ। ਸਾਰੇ ਮਹਿਮਾਨਾਂ ਦਾ ਸਵਾਗਤ ਹੈ ਜੀ। ਔਰ ਸਵਾਲ ਪਹਿਲਾ ਲੈ ਲੈਂਦੇ ਆ ਨਰਿੰਦਰ ਸਿੰਘ ਸੰਧੂ ਹੋਰਾਂ ਤੋਂ। ਸੰਧੂ ਸਾਹਿਬ, CBI ਦੇ ਕੋਲ ਮਾਮਲਾ ਜਾ ਚੁੱਕਾ ਹੈ ਤੇ ਕਈ ਤਰ੍ਹਾਂ ਦੀਆਂ ਚੀਜ਼ਾਂ ਕਹੀਆਂ ਜਾ ਰਹੀਆਂ ਸੀ। 14 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੇ ਬੜੇ ਆਰੋਪ ਸੀਗੇ ਕਿ ਦਿੱਤਾ ਨਹੀਂ, ਕਲੀਨ ਚਿੱਟ ਕਿਉਂ ਦੇਤੀ। ਤਾਂ ਉਸ ਤੋਂ ਬਾਅਦ ਕਈ ਮੁੱਦਿਆਂ ਦੇ ਉੱਤੇ ਤੁਸੀਂ ਤਖਤਾ ਪਲਟ ਕੀਤਾ ਤੇ ਹੁਣ ਜਦੋਂ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਹੱਥ ਕਮਾਨ ਆਈ ਹੈ, 5 ਜਿਹੜੇ ਅਫਸਰ ਚਾਰਜਸ਼ੀਟ ਕਰਤੇ, ਤਾਂ ਇਹਦੇ ਵਿੱਚ ਵੀ ਨਾਮ ਹੈ ਨਹੀਂ ਸਾਧੂ ਸਿੰਘ ਧਰਮਸੋਤ ਹੋਰਾਂ ਦਾ। ਦੇਖੋ ਗਗਨ ਜੀ, ਸਾਧੂ ਸਿੰਘ ਧਰਮਸੋਤ ਨਾਂ ਦਾ ਨਾਂ ਪਹਿਲੋਂ ਵੀ ਚੀਫ ਸੈਕਟਰੀ ਨੇ, ਤੁਹਾਨੂੰ ਪਤਾ ਹੋਏਗਾ, ਕਿਹਾ ਸੀ ਵੀ ਇਹ ਜਾਂਚ ਦੇ ਵਿੱਚ ਦੋਸ਼ੀ ਨਹੀਂ ਪਾਏ ਗਏ। ਕਿਤੇ ਸਾਧੂ ਸਿੰਘ ਧਰਮਸੋਤ ਜਿਹੜੇ ਨੇ ਉਹ ਦੋਸ਼ੀ ਨਹੀਂ ਪਾਏ ਗਏ। ਕਿਹਾ ਸੀ ਲੋਕਾਂ ਨੇ, ਕਿਤੇ ਕਿਸੇ ਇਹ ਕਲੀਅਰ ਨਹੀਂ ਹੋਇਆ। ਜਿਹੜੇ ਇਹ ਬੰਦੇ 5 ਦੋਸ਼ੀ ਪਾਏ ਗਏ ਨੇ, ਜਿਨ੍ਹਾਂ 'ਚ ਡਿਪਟੀ ਡਾਇਰੈਕਟਰ ਨੇ, DFSC ਆ, ਐਸਮੋ ਸੁਪਰਡੈਂਟ ਆ, ਸੀਨੀਅਰ ਸਹਾਇਕ ਸੁਪਰਡੈਂਟ ਆ, ਇਹ ਸਾਰੇ ਦੋਸ਼ੀ ਪਾਏ ਗਏ ਨੇ। ਇਹਨਾਂ ਦੇ ਖਿਲਾਫ ਚਾਰਜਸ਼ੀਟ ਦਾਖਲ ਹੋ ਗਈ ਆ। ਜਿਹੜੇ ਧਰਮਸੋਤ ਨੇ ਉਹ ਵੇਖੋ, ਅੱਜ ਉਹ ਮੰਤਰੀ ਵੀ ਨਹੀਂ ਗਏ, ਮੰਤਰੀ ਪਹਿਲੋਂ ਸੀ, ਪਰ ਫਿਰ ਵੀ ਵੇਖੋ ਇਹਨਾਂ ਦੇ ਵਿੱਚ ਇਲਜ਼ਾਮ ਲੱਗਣ ਦੇ ਬਾਅਦ ਇਹਨਾਂ ਨੂੰ ਮੰਤਰੀ ਪਦ ਵੀ ਨਹੀਂ ਦਿੱਤਾ ਗਿਆ। ਇਹ ਛੋਟੀ ਗੱਲ ਨਹੀਂ ਹੁੰਦੀ। ਹਾਲਾਂਕਿ ਉਹ ਮੰਤਰੀ ਸੀ ਪਰ ਉਹਨਾਂ ਨੂੰ ਮੰਤਰੀ ਪਦ ਨਹੀਂ ਦਿੱਤਾ ਗਿਆ ਕਿਉਂਕਿ ਉਹ ਜਾਂਚ ਦੇ ਵਿੱਚ ਸ਼ਾਮਲ ਹੋਣਗੇ। ਹੁਣ ਜਿਹੜੇ 5 ਬੰਦੇ ਇਹਨਾਂ ਨੇ ਚਾਰਜਸ਼ੀਟ ਕਰ ਦਿੱਤੇ। ਪਰ ਸੰਧੂ ਸਾਹਿਬ, ਉਹ ਚੀਜ਼ ਤਾਂ ਚਲੋ ਅੱਡ ਹੈ ਨਾ। ਉਹ ਤਾਂ ਸਾਰੇ ਜਾਣਦੇ ਨੇ ਕਿ ਮੰਤਰੀ ਪਦ ਕਾਹਤੋਂ ਲੈ ਲਿਆ ਗਿਆ, ਕਿਉਂਕਿ ਉਹ ਤਾਂ ਕਹਿੰਦੇ ਕੈਪਟਨ ਟੀਮ ਦੇ ਮੈਂਬਰ ਸੀਗੇ। ਚਲੋ ਖੈਰ, ਉਹ ਇੱਕ ਵੱਖਰਾ ਮਸਲਾ। ਨਹੀਂ, ਪਰ ਕੈਪਟਨ ਟੀਮ ਦੇ ਮੈਂਬਰ ਸੀ, ਚਲੋ ਮੰਨ ਲਿਆ, ਤੁਹਾਡੀ ਗੱਲ ਵੀ ਮੰਨ ਲਈ। ਫਿਰ ਕੈਪਟਨ ਟੀਮ ਦੇ ਮੈਂਬਰ ਤੇ ਕਈ ਮੰਤਰੀ ਲਏ ਗਏ ਨੇ ਦੁਬਾਰਾ, ਫਿਰ ਉਹ ਕਿਉਂ ਲਏ ਗਏ? ਮੈਂ ਤੁਹਾਨੂੰ ਦੁਬਾਰਾ ਕੁਐਸਚਨ ਕਰਦਾ। ਇਹ ਨਹੀਂ, ਠੀਕ ਹੈ, ਤੁਹਾਡਾ ਕੁਐਸਚਨ ਵੀ ਕਿਸੇ ਹੱਦ ਤੱਕ ਰਾਈਟ ਹੈ, ਪਰ ਨਹੀਂ, ਇਹ ਗੱਲ ਨਹੀਂ ਗੀ। ਇਹ ਜਾਂਚ ਦਾ ਵਿਸ਼ੇ ਆ, ਇਹ ਜਾਂਚ ਦਾ ਵਿਸ਼ੇ ਆ ਤੇ CBI ਦੇ ਕੋਲ ਆ। ਸੁਤੰਤਰ ਇੱਕ ਏਜੰਸੀ CBI ਹੁੰਦੀ, ਉਹਦੇ ਕੋਲ ਆ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ, ਇਹ 'ਚ ਕੋਈ ਦੋ ਰਾਏ ਤੇ ਹੈ ਨਹੀਂ ਗੀ। ਜੇ ਮੰਨ ਲਓ ਦੋਸ਼ੀ ਵੀ ਹੋਏ ਤੇ ਉਹ ਜ਼ਰੂਰ ਇਹਦੇ ਵਿੱਚ ਇਨਵੋਲਵ ਹੋਣਗੇ ਤੇ ਦੋਸ਼ੀ ਕਰਾਰ ਦਿੱਤੇ ਜਾਣਗੇ। ਪਵਨ ਕੁਮਾਰ ਟੀਨੂ ਜੀ ਨੇ ਸਾਡੇ ਨਾਲ। ਟੀਨੂ ਸਾਹਿਬ, ਤੁਸੀਂ ਤਾਂ ਇਹ ਮਸਲਾ ਬੜਾ ਚੁੱਕਿਆ, ਤੁਸੀਂ ਕਈ ਤਰ੍ਹਾਂ ਦੇ ਪ੍ਰੋਟੈਸਟ ਵੀ ਤੁਹਾਡੇ ਵੱਲੋਂ ਵੀ ਕੀਤੇ ਗਏ ਨੇ। ਤਾਂ ਜਿਹੜੀ ਹੁਣ ਨਵੀਂ ਇੱਕ ਅਪਡੇਟ ਆਈ ਹੈ, ਕਿਉਂਕਿ ਇਹ ਚੀਜ਼ ਕੀਤੀ ਜਾ ਰਹੀ ਸੀ ਕੇਟਰ ਕੇ ਜਦੋਂ ਇਹ ਤਖਤਾ ਪਲਟ ਹੋਇਆ ਕਿ ਚਰਨਜੀਤ ਸਿੰਘ ਚੰਨੀ ਹੋਰੀ ਆ ਗਏ ਤਾਂ ਸਾਰੇ ਮਸਲੇ ਜਿਹੜੇ ਹੱਲ ਹੋ ਜਾਣੇ। ਤਾਂ ਇਹ ਵੀ ਇੱਕ ਵੱਡਾ ਮਸਲਾ ਸੀਗਾ। ਵਿਰੋਧੀ ਪਾਰਟੀਆਂ ਬਹੁਤ ਵੱਡੇ ਸਵਾਲ ਚੁੱਕਦੀਆਂ ਸੀ। ਤਾਂ ਕੱਲ ਜਿਹੜੀ ਚਾਰਜਸ਼ੀਟ ਕੀਤੇ ਗਏ ਨੇ ਅਧਿਕਾਰੀ, ਇਹਦੇ ਉੱਤੇ ਤੁਹਾਡਾ ਵੀ ਇੱਕ ਰਿਐਕਸ਼ਨ ਚਾਹਾਂਗੇ। ਦੇਖੋ, ਇਹ ਮਾਮਲਾ ਪੋਸਟ ਮੈਟ੍ਰਿਕ ਸ਼ਿਪ ਸਕਾਲਰਸ਼ਿਪ ਦਾ ਜਿਹੜਾ ਘਪਲੇ ਦਾ, ਇਹ ਅਸੀਂ 2018 ਤੋਂ ਉਠਾ ਰਹੇ ਹਾਂ, ਵਿਧਾਨ ਸਭਾ 'ਚ ਵੀ, ਵਿਧਾਨ ਸਭਾ ਤੋਂ ਬਾਹਰ ਵੀ। ਜਦੋਂ ਕਾਂਗਰਸ ਦੀ ਸਰਕਾਰ ਆਈ ਆ, ਇਹਨਾਂ ਨੇ ਸਾਡੇ ਤੇ ਦੋਸ਼ ਲਾਏ ਬਈ ਬਹੁਤ ਜੀ ਬੇਨੀਵੀਆਂ ਹੋਈਆਂ, ਬਹੁਤ ਹੇਰਾਫੇਰੀ ਹੋਈ, ਅਸੀਂ ਆਡਿਟ ਕਰਵਾ ਰਹੇ ਹਾਂ, ਸੈਂਟਰ ਦੇ ਫੰਡਾਂ ਦਾ ਗਬਨ ਹੋਇਆ। ਤੇ 2020 ਤੱਕ ਇਹਨਾਂ ਕੋਲੋਂ ਆਡਿਟ ਨਹੀਂ ਹੋਇਆ। ਸਾਧੂ ਸਿੰਘ ਧਰਮਸੋਤ ਜੀ ਨੇ ਇੱਕ ਵਾਰੀ ਵਿਧਾਨ ਸਭਾ 'ਚ ਕਿਹਾ ਵੀ ਅਸੀਂ 400 ਕਰੋੜ ਰੁਪਈਆ ਫੜ ਲਿਆ ਆਡਿਟ 'ਚ। ਫਿਰ 6 ਮਹੀਨੇ ਬਾਅਦ ਕਹਿਤਾ ਅਸੀਂ 200 ਕਰੋੜ ਫੜ ਲਿਆ। ਉਹ ਲਾ ਪਾ ਕੇ ਜਦੋਂ ਅਗਲਾ 2020 ਮੁੱਕਿਆ ਤਾਂ ਉਹ ਜ਼ੀਰੋ ਰਹਿ ਗਿਆ। ਇਹ ਬੜੀ ਵੱਡੀ ਗੱਲ ਹੈ। ਦੂਜੀ ਗੱਲ, ਜਿੰਨੇ ਵੀ ਕੇਂਦਰ ਦੇ ਫੰਡ ਆਏ ਆ ਅੱਜ ਤੱਕ, 2017 ਤੱਕ 1058 ਕਰੋੜ ਰੁਪਈਆ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਭੇਜਿਆ, ਜਿਹਦੇ ਵਿੱਚ ਪਿਕ ਐਂਡ ਚੂਜ਼ ਹੋਇਆ। ਔਰ ਕਿਉਂ? ਹੁਣ ਦੇਖੋ, ਪਹਿਲਾਂ ਜਦੋਂ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਅਸੀਂ ਕਹਿੰਦੇ ਸੀ ਐਕਸ਼ਨ ਲਓ, ਕਿਉਂਕਿ ਪ੍ਰਿੰਸੀਪਲ ਚੀਫ ਸੈਕਟਰੀ ਨੇ ਜਿਹੜੀ ਰਿਪੋਰਟ ਤਿਆਰ ਕੀਤੀ, ਜਾਂਚ ਰਿਪੋਰਟ ਤਿਆਰ ਕੀਤੀ ਆ, ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਬਈ ਇਹਨਾਂ ਅਧਿਕਾਰੀਆਂ ਨੇ ਵੱਖਰੇ ਬੈਂਕ ਅਕਾਊਂਟ ਤਿਆਰ ਕੀਤੇ, ਰਿਕਾਰਡ ਟੀਅਰ ਕੀਤਾ, ਟੈਂਪਰ ਕੀਤਾ।
ਔਰ ਉਹਦੇ ਵਿੱਚ ਲਿਖਿਆ ਗਿਆ ਆ ਵੀ ਇਹਨਾਂ ਨੂੰ ਸਰਪ੍ਰਸਤੀ ਆ, ਇਹ ਕਿਸੇ ਦੀ ਪਰਵਾਹ ਨਹੀਂ ਕਰਦੇ। ਇਹਨਾਂ ਨੇ ਡਾਇਰੈਕਟੋਰੇਟ ਦਾ ਜਿਹੜੀਆਂ ਤਾਕਤਾਂ ਆ ਉਹਨੂੰ ਦਰਕਿਨਾਰ ਕਰਕੇ ਇਸ ਡਿਪਟੀ ਡਾਇਰੈਕਟਰ ਨੇ ਸਾਰੀਆਂ ਪੇਮੈਂਟਸ ਆਪ ਕੀਤੀਆਂ। ਔਰ ਪਹਿਲੀ ਵਾਰ ਗਗਨ ਬੇਦੀ ਜੀ ਹੋਇਆ ਕਿ ਵੈਲਫੇਅਰ ਮਹਿਕਮੇ 'ਚ ਪੇਮੈਂਟ ਕਰਨ ਦਾ ਅਧਿਕਾਰ ਇੱਕੋ ਹੀ ਬੰਦੇ ਨੂੰ ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਗਿੱਲ ਨੂੰ ਦਿੱਤਾ ਗਿਆ, ਜਦ ਕਿ ਇਹ ਅਧਿਕਾਰ ਪਹਿਲਾਂ IAS ਅਫਸਰ ਡਾਇਰੈਕਟਰ ਕੋਲ ਹੁੰਦਾ ਸੀ। ਅੱਛਾ, ਇਹ ਕਿਹਨੇ ਦਿੱਤਾ ਅਧਿਕਾਰ? ਇਹ ਮਾਨਯੋਗ ਵੈਲਫੇਅਰ ਮੰਤਰੀ ਸਾਧੂ ਸਿੰਘ ਧਰਮਸੋਤ ਜੀ ਨੇ ਆਪਣੇ ਹੁਕਮਾਂ ਨਾਲ ਉਹਨੂੰ ਇਕੱਲੇ ਨੂੰ ਪਾਵਰ ਦਿੱਤੀ ਪੇਮੈਂਟ ਕਰਨ ਦੀ। ਇਹ ਪਹਿਲੀ ਵਾਰ ਹੋਇਆ। ਅੱਛਾ, ਫਿਰ ਕਿਰਪਾ ਸ਼ੰਕਰ ਸਰੋਜ ਨੇ ਉਸ ਅਧਿਕਾਰੀ ਨੂੰ ਸਸਪੈਂਡ ਕੀਤਾ, ਮੁਅੱਤਲ ਕੀਤਾ 2019 ਚ ਵੀ ਇਹਨੇ ਬੇਨਿਯਮੀਆਂ ਕੀਤੀਆਂ, ਇਹਨੇ ਪਿਕ ਐਂਡ ਚੂਜ਼ ਕੀਤਾ ਪੇਮੈਂਟ ਕਰਨ ਚ। ਇਹਨੇ ਜਿਹੜੇ ਇੰਸਟੀਚਿਊਸ਼ਨ ਨੂੰ ਪੇਮੈਂਟ ਦੇਣੀ ਨਹੀਂ ਚਾਹੀਦੀ ਸੀ ਉਹਨੂੰ ਦੇ ਦਿੱਤੀ, ਜਿਹਦੇ ਕੋਲ ਰਿਕਵਰੀ ਕਰਨੀ ਸੀ ਉਹਨੂੰ ਵੀ ਪੇਮੈਂਟ ਦੇ ਦਿੱਤੀ। ਕੁਝ ਗੋਸਟ ਇੰਸਟੀਚਿਊਸ਼ਨ ਨੂੰ ਜਿਹੜੇ ਹੈ ਹੀ ਨਹੀਂ, ਐਗਜ਼ਿਸਟ ਹੀ ਨਹੀਂ ਕਰਦੇ। ਅੱਛਾ ਟੀਨੂ ਜੀ, ਇੱਕ ਚੀਜ਼ ਇਹ ਵੀ ਆਈ ਆ, ਉਹ ਕਹਿੰਦੇ ਆ ਕਿ ਜਿਨ੍ਹਾਂ ਸਿੱਖਿਅਕ ਸੰਸਥਾਨਾਂ ਤੋਂ 8-8 ਕਰੋੜ ਦੀ ਰਿਕਵਰੀ ਸੀ ਉਹਨਾਂ ਨੂੰ 16 ਕਰੋੜ ਦਿੱਤੇ ਗਏ ਨੇ। ਯੈਸ, ਜਿਨ੍ਹਾਂ ਕੋਲੋਂ ਰਿਕਵਰੀ ਕਰਨੀ ਸੀ ਉਹ ਰਿਪੋਰਟ ਵਿੱਚ ਲਿਖਿਆ ਵੀ ਜਿਹਦੇ ਕੋਲੋਂ 8 ਕਰੋੜ ਲੈਣਾ ਸੀ ਉਹਨੂੰ 12 ਕਰੋੜ ਰੁਪਈਆ ਹੋਰ ਦੇ ਦਿੱਤਾ ਗਿਆ। ਤੁਸੀਂ ਮੈਨੂੰ ਇਹ ਦੱਸੋ, ਉਹੀ ਡਿਪਟੀ ਡਾਇਰੈਕਟਰ ਜਿਹਨੂੰ ਪਾਵਰਾਂ ਹੀ ਮੰਤਰੀ ਜੀ ਨੇ ਦਿੱਤੀਆਂ ਆ, ਔਰ ਜਿਹਨੂੰ ਇਹਨਾਂ ਬੇਨਿਯਮੀਆਂ ਕਰਕੇ ਵੈਲਫੇਅਰ ਸੈਕਟਰੀ ਕਿਰਪਾ ਸ਼ੰਕਰ ਸਰੋਜ ਨੇ 2019 ਚ ਮੁਅੱਤਲ ਕਰ ਦਿੱਤਾ ਸੀ, ਔਰ ਮੁਅੱਤਲ ਕਰਕੇ ਉਹਦੀ ਅਪਰੂਵਲ ਜਿਹੜੀ ਆ, ਉਹਦੀ ਕੰਸੈਂਟ ਲੈਣ ਲਈ ਆਰਡਰ ਮੰਤਰੀ ਜੀ ਨੂੰ ਭੇਜੇ ਕਿ ਇੰਨੇ ਬੰਦੇ ਨੇ ਬੇਨਿਯਮੀਆਂ ਕੀਤੀਆਂ, ਬਹੁਤ ਵੀ ਕਰਪਸ਼ਨ ਹੋਈ ਇਹਦੇ ਵਿੱਚ ਬੜਾ। ਚਿੱਠੀਆਂ ਮੇਰੇ ਕੋਲ ਆ, ਮੈਂ ਕੱਲ ਮੀਡੀਆ ਨੂੰ ਉਹ ਚਿੱਠੀਆਂ ਵੀ ਦਿਖਾਈਆਂ ਸੀ ਸਰਕਾਰੀ। ਤੇ ਉਸ ਵੇਲੇ ਸਾਧੂ ਸਿੰਘ ਧਰਮਸੋਤ ਜੀ ਨੇ ਉਹਦੀ ਮੁਅੱਤਲੀ ਜਿਹੜੀ ਆ ਉਹਨੂੰ ਅਪਰੂਵ ਨਹੀਂ ਕੀਤਾ, ਬਲਕਿ 4 ਦਿਨ ਬਾਅਦ ਉਹਨੂੰ ਦੁਬਾਰਾ ਉਹੀ ਸੀਟ ਦੇ ਉੱਤੇ ਬਿਰਾਜਮਾਨ ਕਰ ਦਿੱਤਾ, ਕਹਿਤਾ ਵੀ ਇਹੀ ਕੰਮ ਸਾਰੇ ਚਲਾਊਗਾ। ਤੇ ਇਹਦੇ ਵਿੱਚ ਗੱਲ ਸਾਫ਼ ਆਉਂਦੀ ਆ ਕਿ ਉਹ ਅਧਿਕਾਰੀ ਜਿਹੜਾ ਆ ਜਾਂ ਉਹ ਜਿਹੜੇ ਬਾਬੂ ਸੀ ਥੱਲੇ, ਉਹ ਮਿਨਿਸਟਰ ਦੀ ਸ਼ਹਿ ਤੇ ਇਹ ਸਾਰਾ ਕਰਪਸ਼ਨ ਦਾ ਪਰ ਚਰਨਜੀਤ ਸਿੰਘ ਚੰਨੀ ਹੋਰੀ ਤਾਂ ਹੁਣ ਕਹਿੰਦੇ ਪਾਰਦਰਸ਼ਤਾ ਨਾਲ ਕੰਮ ਚੱਲ ਰਿਹਾ, ਹੁਣ ਕੋਈ ਪਹਿਲਾਂ ਵਾਲਾ ਗੱਲ ਨਹੀਂ, ਜਿਹੜਾ ਦੋਸ਼ੀ ਹੋਊਗਾ ਉਹਨੂੰ ਸਜ਼ਾ ਮਿਲੂਗੀ, ਪਰ ਨਾਮ ਸ਼ਾਮਲ ਹੈ ਨਹੀਂ ਉਹਨਾਂ ਦਾ ਵਿੱਚ। ਗਗਨ ਜੀ, ਪਹਿਲਾਂ ਇੱਕ ਮੁੱਖ ਮੰਤਰੀ ਜੀ ਨੇ ਕਲੀਨ ਚਿੱਟ ਦੇ ਦਿੱਤੀ ਧਰਮਸੋਤ ਜੀ ਨੂੰ, ਹੁਣ ਦੂਜੀ ਕਲੀਨ ਚਿੱਟ ਚਰਨਜੀਤ ਸਿੰਘ ਚੰਨੀ ਨੇ ਦੇ ਦਿੱਤੀ ਧਰਮਸੋਤ ਨੂੰ। ਇਹੀ ਚੰਨੀ ਜੀ ਔਰ ਰਾਜਕੁਮਾਰ ਵੇਰਕਾ ਜਿਹੜੇ ਹੁਣ ਮੰਤਰੀ ਬਣੇ ਆ, ਇਹ ਅੱਜ ਤੋਂ ਪਹਿਲਾਂ ਕਹਿੰਦੇ ਸੀ ਕੋਈ ਘਪਲਾ ਹੋਇਆ ਹੀ ਨਹੀਂ, ਇਹ ਅਕਾਲੀ ਤਾਂ ਐਵੇਂ ਰੌਲਾ ਪਾ ਰਹੇ ਆ। ਔਰ ਮੈਂ ਤੁਹਾਨੂੰ ਵੇਰਕਾ ਜੀ ਦੀਆਂ ਬਾਈਟਸ ਸਟੇਟਮੈਂਟ ਦਿਖਾ ਸਕਦਾ, ਸੋਸ਼ਲ ਡੋਮੇਨ ਦੇ ਵਿੱਚ ਹੈਗੀ ਆ, ਠੀਕ ਹੈ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਕੋਈ ਘਪਲਾ ਨਹੀਂ ਹੋਇਆ। ਤੇ ਹੁਣ ਅਸਲ 'ਚ ਪਤਾ ਕੀ ਗੱਲ ਹੈ ਗਗਨ ਜੀ, ਇੱਕ ਮਿੰਟ, ਅਸਲ 'ਚ ਗੱਲ ਇਹ ਆ ਬਈ ਹੁਣ ਚੰਨੀ ਸਾਹਿਬ ਵੀ ਡਰਦੇ ਆ ਵੀ ਕਿਤੇ ਮੇਰੀ ਸਰਕਾਰ ਨਾ ਅਸਥਿਰ ਹੋ ਜਾਵੇ, ਇਸ ਕਰਕੇ ਸਾਧੂ ਸਿੰਘ ਧਰਮਸੋਤ ਤੇ ਕੋਈ ਐਕਸ਼ਨ ਨਹੀਂ ਲੈਣਾ ਚਾਹੁੰਦੇ। ਗੱਲਾਂ ਪਹਿਲਾਂ ਬੜੀਆਂ ਕੀਤੀਆਂ ਸਾਦੀਆਂ, ਪਰ ਉਹਨਾਂ ਨੂੰ ਬਿਲਕੁਲ ਮੈਂ ਟੀਨੂ ਜੀ ਵਾਪਸ ਤੁਹਾਡੇ ਵਿਦਿਆ ਤੋਂ ਬਾਹਰ ਹੋ ਗਏ। ਠੀਕ ਹੈ, ਵਾਪਸ ਤੁਹਾਡੇ ਕੋਲ ਆਵਾਂਗਾ। ਸਾਡੇ ਨਾਲ ਹੋਰ ਮਹਿਮਾਨ ਨੇ, ਉਹਨਾਂ ਦੇ ਵੀ ਇੱਕ ਰਹੀਏ। ਸਾਡੇ ਨਾਲ ਸਾਹਿਲ ਸਾਂਪਲਾ ਵੀ ਨੇ। ਸਾਹਿਲ, ਤੁਸੀਂ ਵੀ ਔਰ ਤੁਹਾਡੇ ਫਾਦਰ ਹੋਰਾਂ ਵੱਲੋਂ ਵੀ, ਸਾਂਪਲਾ ਜੀ ਵਿਜੇ ਸਾਂਪਲਾ ਹੋਰਾਂ ਵੱਲੋਂ ਵੀ ਬਹੁਤ ਇਹ ਮੁੱਦਾ ਚੁੱਕਿਆ ਗਿਆ, ਕਿਉਂਕਿ ਜਿਹੜੇ ਇੱਕ ਭਾਈਚਾਰੇ ਦੇ ਲਈ, ਖਾਸ ਤੌਰ ਤੇ ਜਿਹੜੇ ਵਰਗ ਦੇ ਲਈ ਪੈਸੇ ਸੀ, ਉਹ ਉਸ ਵਰਗ ਦੇ ਲਈ ਸੀ ਜਿਹੜੇ ਬਹੁਤ ਵੀਕਰ ਸੈਕਸ਼ਨ ਵੀ ਹੁੰਦਾ ਹੈ, ਵੀ ਇੱਕ ਪੱਖ ਹੈਗਾ, ਤਾਂ ਉਹਨਾਂ ਦੇ ਜਿਹੜਾ 65 ਕਰੋੜ ਦੇ ਕਰੀਬ ਦਾ ਜਿਹੜਾ ਸਾਰਾ ਗਬਨ ਹੈਗਾ, ਤਾਂ ਇਹ ਜਿਹੜਾ ਹੁਣ ਤੁਹਾਨੂੰ ਲੱਗਦਾ ਕਿ ਕੋਈ ਕਾਰਵਾਈ ਹੋ ਰਹੀ ਹੈ ਜਾਂ ਇੱਕ ਮਹਿਜ਼ ਆਈ ਵਾਸ਼ ਲੱਗਦਾ? ਗਗਨ ਜੀ, ਪਹਿਲਾਂ ਤਾਂ ਮੈਂ ਤੁਹਾਡਾ ਔਰ ਇਸ ਪੈਨਲ ਤੇ ਜਿੰਨੇ ਵੀ ਆਗੂ ਆਏ ਨੇ ਉਹਨਾਂ ਸਾਰਿਆਂ ਦਾ ਪਹਿਲਾਂ ਹੱਥ ਜੋੜ ਕੇ ਨਮਸਕਾਰ ਕਰਦਾ। ਸਾਰਿਆਂ ਨੂੰ ਮੈਂ ਸਤਿ ਸ਼੍ਰੀ ਅਕਾਲ ਬੁਲਾਉਂਦਾ। ਤੁਸੀਂ ਕਿਹਾ ਕਿ ਅੱਜ ਜਿਹੜੀ ਆ ਹੁਣ 2 ਦਿਨ ਪਹਿਲਾਂ ਜਿਹੜੇ ਰਾਜਕੁਮਾਰ ਵੇਰਕਾ ਜੀ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ, ਜਿਹਦੇ ਵਿੱਚ ਕਿਹਾ ਗਿਆ ਕਿ ਅਸੀਂ ਚਾਰਜ ਸ਼ੀਟ ਕਰ ਰਹੇ ਹਾਂ। ਪਹਿਲਾਂ ਤਾਂ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ 14 ਮਹੀਨਿਆਂ ਦੇ ਸੰਘਰਸ਼ ਵੱਲੋਂ 14 ਮਹੀਨਿਆਂ ਤੋਂ ਬੱਚੇ ਜਿਹੜੇ ਨੇ ਸੀ, ਸਕੂਲ ਕਾਲਜਾਂ ਦੇ ਜਿਹੜੇ ਸੀ, ਔਰ ਵੱਖ-ਵੱਖ ਪਾਰਟੀਆਂ ਦੇ ਆਗੂ ਵੀ ਸਾਰੇ ਸੜਕਾਂ ਤੇ ਸੀ। ਘੱਟੋ ਘੱਟ ਕਾਂਗਰਸ ਸਰਕਾਰ ਨੇ, ਕਾਂਗਰਸ ਪਾਰਟੀ ਨੇ ਇਹ ਮੰਨਿਆ
ਕਿ ਅਸੀਂ ਚੋਰੀ ਕੀਤੀ ਆ, ਅਸੀਂ ਬੱਚਿਆਂ ਦੇ ਹੱਕਾਂ ਦਾ ਡਾਕਾ ਮਾਰਿਆ, ਅਸੀਂ ਉਹਨਾਂ ਦਾ ਸਕਾਲਰਸ਼ਿਪ ਦਾ ਪੈਸਾ ਖਾਧਾ, ਸਾਡੀ ਸਰਕਾਰ ਦੇ ਵਿੱਚ ਇਰੈਗੂਲੈਰਿਟੀ ਸੀ। ਮੈਂ ਪਹਿਲਾਂ ਧੰਨਵਾਦ ਕਰਦਾ ਇਹਨਾਂ ਦਾ ਕਿ ਇਨੀ ਅੱਜ ਇਸ ਕਾਰਵਾਈ ਤੋਂ ਬਾਅਦ ਐਟਲੀਸਟ ਇਹ ਮੰਨਿਆ ਤਾਂ ਸਹੀ ਕਿ ਅਸੀਂ ਚੋਰੀ ਕੀਤੀ, ਡਾਕਾ ਮਾਰਿਆ ਬੱਚਿਆਂ ਦੇ ਹੱਕਾਂ ਦਾ। ਬਟ ਨਾਲ ਦੀ ਨਾਲ ਇਹ ਵੀ ਆ ਕਿ ਇਹ ਜਿਹੜੀ ਕਾਰਵਾਈ ਹੈ ਇਹਨੂੰ ਮੈਂ ਪੂਰੀ ਤਰ੍ਹਾਂ ਸੰਤੁਸ਼ਟ ਇਸ ਲਈ ਨਹੀਂ ਹੈ ਕਿਉਂਕਿ ਇਹ 'ਚ ਆਫੀਸ਼ੀਅਲਸ ਦੇ ਉੱਪਰ ਤੇ ਕਾਰਵਾਈ ਕੀਤੀ, ਮਗਰ ਜਿਹੜੇ ਮੇਨ ਕਲਪ੍ਰੀਟ ਸੀ, ਜਿਹੜੇ ਉਹਨਾਂ ਦੇ ਮਿਨਿਸਟਰ ਸਾਧੂ ਸਿੰਘ ਧਰਮਸੋਤ ਜੀ ਸੀ, ਉਹਨਾਂ ਦਾ ਨਾਮ ਉਸ FIR ਉਸ ਚਾਰਜਸ਼ੀਟ 'ਚ ਨਹੀਂ ਹੈ। ਔਰ ਇਹ ਸਾਰਾ ਕੇਸ ਜੋ ਹੈ ਇਹ ਨੈਸ਼ਨਲ ਐਸੀ ਕਮਿਸ਼ਨ ਦੇ ਕੋਲ ਵੀ ਗਿਆ ਔਰ ਕਮਿਸ਼ਨ ਵੱਲੋਂ ਵੀ ਜਿਹੜੇ ਚੀਫ ਪ੍ਰਿੰਸੀਪਲ ਸੈਕਟਰੀ ਸੀ ਉਹਨਾਂ ਨੂੰ ਪੁੱਛਿਆ ਗਿਆ ਸੀ, ਇਸ FIR ਹੋਣ ਤੋਂ ਪਹਿਲਾਂ ਹੀ ਇਹ ਪੁੱਛ ਲਿਆ ਗਿਆ ਸੀ ਕਿ ਤੁਸੀਂ ਇਹ ਅਸੀਂ ਮੰਨਦੇ ਹਾਂ, ਸਾਡੀ ਇਹ ਇਨਵੈਸਟੀਗੇਸ਼ਨ 'ਚ ਪਤਾ ਲੱਗਦਾ ਹੈ ਕਿ ਇਹ ਲੋਕ ਜਿਹੜੇ ਬੱਚੇ ਆ ਉਹਨਾਂ ਦਾ ਤੁਸੀਂ ਪੈਸਾ ਜਿਹੜਾ ਆ ਉਹ ਸਕੈਮ ਹੋਇਆ ਆ ਔਰ ਤੁਸੀਂ ਉਹਨਾਂ ਦੇ ਬਣਦੇ ਹੋਏ ਅਫਸਰਾਂ ਤੇ ਔਰ ਜਿਹੜੇ ਜਿਸ ਲਈ ਦੋਸ਼ੀ ਨੇ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕਰ ਰਹੇ। ਅਗਰ ਕਰ ਰਹੇ ਆ ਤਾਂ ਸਾਨੂੰ ਨਾਮ ਦੱਸੇ ਜਾਣੋ ਕਿਹਨਾਂ ਦੇ ਖਿਲਾਫ ਕਰ ਰਹੇ ਆ। ਔਰ ਮੇਰੇ ਖਿਆਲ ਨਾਲ ਇਹ ਉਸੇ ਚੀਜ਼ ਦਾ ਨਤੀਜਾ ਹੈ ਔਰ ਇਸੇ ਲਈ ਇਹ ਅੱਜ ਇਹ ਕਾਰਵਾਈ ਹੋਈ ਹੈ। ਸੋ ਇਹ ਕਾਂਗਰਸ ਨੇ ਹੀ ਕੀਤੀ ਹੈ, ਨਹੀਂ ਹੈ, ਇਹ CBI ਔਰ ਨੈਸ਼ਨਲ ਐਸੀ ਕਮਿਸ਼ਨ ਦੀ ਪੂਰੀ ਇਹਦੇ ਤੇ ਜਿਹੜੇ ਕਹੋ ਕਿ ਪ੍ਰੈਸ਼ਰ ਬਿਲਟ ਅਪ ਹੋਇਆ ਔਰ ਸਾਰੇ ਲੋਕ ਜਿਹੜੇ ਨੇ ਇਹਦਾ ਵਿਰੋਧ ਕਰ ਰਹੇ ਸੀ, ਇਹ ਸਾਰੀਆਂ ਚੀਜ਼ਾਂ ਦੇ ਨਾਲ ਮਿਲ ਕੇ ਅੱਜ ਹੋਇਆ। ਬਟ ਸਾਧੂ ਸਿੰਘ ਧਰਮਸੋਤ ਜੀ ਨੂੰ ਫੇਰ ਹਜੇ ਵੀ ਇਸ FIR 'ਚ ਨਾਮ ਨਹੀਂ ਪਾਇਆ, ਜੋ ਕਿ ਮੰਦਭਾਗਾ ਹੈ। ਔਰ ਮੈਨੂੰ ਉਮੀਦ ਹੈ ਕਿ ਜੇ ਕਾਂਗਰਸ ਜਿਹੜੀ ਸਰਕਾਰ ਹੈ, ਜੇ ਚੰਨੀ ਸਾਹਿਬ ਨੇ ਜੇ ਉਹ ਇਸ ਨੂੰ ਕਰਨਗੇ ਜਲਦ ਤੋਂ ਜਲਦ ਤੇ ਹੋਰ ਵੀ ਅੱਛਾ ਜਿਹੜਾ ਇਹ ਮੈਸੇਜ ਜਾਏਗਾ। ਮੈਂ ਤੇ ਕਹੂੰਗਾ ਸਮਾਜ ਦੇ ਵਿੱਚ, ਤੇ ਮੈਂ ਤੇ ਬੇਨਤੀ ਕਰੂੰਗਾ ਜੇ ਕਰਨਾ ਹੀ ਹੈ ਨਿਆਂ ਤੇ ਪੂਰੀ ਤਰ੍ਹਾਂ ਕਿ ਇਹ ਇੱਕ ਅੱਖਾਂ 'ਚ ਘੱਟਾ ਪਾਉਣ ਵਾਲੀ ਇਹਨੂੰ ਕਾਰਵਾਈ ਜਿਹੜਾ ਜਿਸ ਤਰ੍ਹਾਂ ਦੀ ਸਟੇਟਮੈਂਟ ਆਈਆਂ ਤੁਸੀਂ ਵੀ ਮੰਨਦੇ ਹੋ। ਰਵਿੰਦਰ ਜੀ ਨੇ ਸਾਡੇ ਨਾਲ ਬਿਲਕੁਲ ਇੱਕ ਤਰ੍ਹਾਂ ਦਾ ਆਈ ਵਾਸ਼ ਹੈ। ਹੁਣ ਸਰਕਾਰੀ ਅਫਸਰਾਂ ਦੇ ਉੱਪਰ ਸਿੱਟ ਕੇ ਤੇ ਆਪਣੇ ਮੰਤਰੀ ਨੂੰ ਬਚਾਉਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ, ਹੋਰ ਕੁਝ ਨਹੀਂ। ਰਵਿੰਦਰ ਜੀ ਵੀ ਨੇ ਸਾਡੇ ਨਾਲ, ਆਮ ਆਦਮੀ ਪਾਰਟੀ ਵੀ ਇਹ ਜਿਹੜਾ ਮੁੱਦਾ ਵਾ ਬਹੁਤ ਇਹਨੂੰ ਚੁੱਕਦੀ ਰਹੀ ਹੈ ਤਾਂ ਬੜੇ ਇਹਨਾਂ ਨੇ ਵੀ ਪ੍ਰਦਰਸ਼ਨ ਕੀਤੇ ਨੇ। ਰਵਿੰਦਰ ਜੀ, 14 ਮਹੀਨੇ ਬਾਅਦ ਕੁਝ ਸਟੈਪ ਅੱਗੇ ਤੁਰੇ ਆ ਕੰਮ ਤੇ ਆਹ ਜਿਹੜੀਆਂ ਚੀਜ਼ਾਂ ਨੇ ਅਫਸਰਸ਼ਾਹੀ ਦੇ ਉੱਤੇ ਹੀ ਸਾਰੀ ਗੱਲ ਸਿੱਟਤੀ ਗਈ। ਗਗਨ ਜੀ, ਕਾਂਗਰਸ ਪਾਰਟੀ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਕਰ ਰਹੀ ਹੈ, ਇਹ ਤੋਂ ਵੱਧ ਕੇ ਕੁਛ ਨਹੀਂ। ਸਿਰਫ ਤੇ ਸਿਰਫ ਲੋਕ ਦਿਖਾਵਾ ਹੈ। ਪਹਿਲਾਂ ਤਾਂ ਬੇਲ ਤੇ ਬਾਹਰ ਆਣਗੇ, ਮੁੜ ਕੇ ਇਹਨਾਂ ਦੀ ਇਨਕੁਆਇਰੀਆਂ ਲੱਗਣਗੀਆਂ, ਇਨਕੁਆਇਰੀਆਂ 'ਚ ਇਹ ਵੀ ਬੇਦੋਸ਼ ਸਾਬਤ ਹੋਣਗੇ ਤੇ ਆਖਰ ਨੂੰ ਜਿਹੜੇ ਬੱਚਿਆਂ ਦਾ ਨੁਕਸਾਨ ਹੋਇਆ, ਤੁਹਾਨੂੰ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਗਗਨ ਜੀ, ਮੈਂ ਆਪ ਹਾਈ ਕੋਰਟ ਦੇ ਵਿੱਚ ਪਟੀਸ਼ਨਸ ਪਾ ਕੇ ਸਿਵਲ ਰਿਟ ਪਟੀਸ਼ਨਸ ਪਾ ਕੇ ਬੱਚਿਆਂ ਨੂੰ ਰੋਲ ਨੰਬਰਸ ਦਵਾਏ ਨੇ। ਜਿਹੜੇ ਇਹ ਪ੍ਰਾਈਵੇਟ ਕਾਲਜਿਸ ਬੱਚਿਆਂ ਦੀ ਐਡਮਿਸ਼ਨ ਕਰਦੇ ਸੀਗੇ, ਇੱਕ ਤਾਂ ਬੱਚਿਆਂ ਤੋਂ ਥ੍ਰੈਟ ਕਰਕੇ ਉਹਨਾਂ ਤੋਂ ਪੈਸੇ ਲੈਂਦੇ ਸੀਗੇ ਤੇ ਐਡਮਿਸ਼ਨ ਚਾਰजेस ਲੈਂਦੇ ਸੀਗੇ, ਫਿਰ ਉਹਨਾਂ ਦੇ ਰੋਲ ਨੰਬਰ ਰੋਕ ਕੇ, ਜੇ ਪਰਸੋਂ ਉਹਨਾਂ ਦਾ ਪੇਪਰ ਹੈ, ਅੱਜ ਉਹਨਾਂ ਨੂੰ ਕਹਿੰਦੇ ਸੀ ਤੁਹਾਨੂੰ ਰੋਲ ਨੰਬਰ ਨਹੀਂ ਮਿਲਣਾ, ਨਹੀਂ ਤਾਂ ਪਹਿਲਾਂ ਸ਼ਾਮ ਤੋਂ ਪਹਿਲਾਂ ਤੁਸੀਂ ਪੈਸੇ ਜਮ੍ਹਾਂ ਕਰਾਓ ਤਾਂ ਤੁਸੀਂ ਪੇਪਰ ਦੇ ਵਿੱਚ ਬੈਠੋ। ਅਸੀਂ ਰਿਟ ਪਟੀਸ਼ਨਸ ਪਾ ਕੇ ਐਜੂਕੇਸ਼ਨ ਤੇ ਹੋਰ ਵੈਲਫੇਅਰ ਬੁਲਾ ਕੇ ਉਹਨਾਂ ਤੋਂ ਤੇ ਬੜੀ ਪੂਰੇ ਤਰੀਕੇ ਨਾਲ ਐਕਸਪੋਜ਼ ਹੋਈ ਹੈ ਹੋਈ ਸੀ ਪੰਜਾਬ ਗਵਰਨਮੈਂਟ ਦੇ ਵਿੱਚ। ਅਸੀਂ ਲਾਕਡਾਊਨ ਦੇ ਵਿੱਚ ਜਿਹੜਾ ਇਹ ਕੰਮ ਕਰਦੇ ਰਹੇ ਹਾਂ, ਪਰ ਹੁਣ ਜਿਹੜਾ ਕੰਮ ਹੈ ਇਹ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਪੰਜਾਬ ਸਰਕਾਰ ਕਰ ਰਹੀ ਹੈ। ਸਿਰਫ ਚਿੱਟੇ ਕੱਪੜੇ ਪਾ ਕੇ ਦਾ ਕੰਮ ਕਰ ਰਹੀ ਹੈ। ਤੁਸੀਂ ਦੇਖੋ ਵੀ ਜਿਹੜੀ ਸਟੂਡੈਂਟਸ ਡਿਪਟੀ ਡਾਇਰੈਕਟਰ ਨੂੰ ਅਥਾਰਟੀ ਜਿਹੜੀ ਸਪੈਸ਼ਲ ਨੋਟੀਫਿਕੇਸ਼ਨ ਆਪਣੇ ਸਪੈਸ਼ਲ ਆਰਡਰ ਨਾਲ ਪੈਸੇ ਡਿਸਬਰਸ ਕਰ ਖਬਰ ਦਿੱਤੀ ਹੈ, ਜਿਹੜੀ IAS ਹੈ ਉਹ ਦਿੱਤੀ ਸਾਧੂ ਸਿੰਘ ਧਰਮਸੋਤ ਜੀ ਵੱਲੋਂ ਕਹੀ ਹੈ ਤੇ ਔਰ ਕਈ ਜਿਹੜੇ ਅਫਸਰਾਂ ਨੇ ਵੀ ਨਾਮ ਲਿਆ। ਵੱਡੀ ਗੱਲ ਹੈ, ਕਈ ਅਫਸਰਾਂ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਹੈ, ਨਾਮ ਲਿਆ ਅਫਸਰਾਂ ਨੇ। ਹਾਂ, ਤਾਂ ਇਹ ਬਹੁਤ ਵੱਡੀ ਗੱਲ ਹੈ ਕਿ ਕੇਲੇ ਖਾਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ। ਜਿੱਦਾਂ ਕੇਲੇ ਖਾਣੇ ਸੀ, ਮਲਾਈਆਂ ਖਾਣੀਆਂ ਸੀਗੀਆਂ, ਕਾਲਜਾਂ ਤੋਂ ਪੈਸੇ ਲੈਣੇ ਸੀਗੇ, ਉਸ ਟਾਈਮ ਸਾਧੂ ਸਿੰਘ ਧਰਮਸੋਤ ਦਾ ਨਾਮ ਸੀਗਾ, ਤੇ ਹੁਣ ਜਿਹੜੀ ਗਾਜ ਹੈਗੀ ਆ ਉਹ ਵਿਚਾਰੇ ਅਫਸਰ ਤੇ ਸਿਰਫ ਤੇ ਸਿਰਫ ਤੋਂ ਮਿੱਟੀ ਝਾੜ ਰਹੀ ਹੈ ਆਪਣਾ ਪੰਜਾਬ ਸਰਕਾਰ ਧਰਾਤਲ ਦੇ ਉੱਪਰ। ਉਹਨਾਂ ਬੱਚਿਆਂ ਦਾ ਕੀ ਅੱਛਾ ਜੋ ਹੁਣ ਚਾਰਜਸ਼ੀਟ ਕੀਤਾ ਗਿਆ, ਆਮ ਆਦਮੀ ਪਾਰਟੀ ਦਾ ਵੀ ਕੋਈ ਹੈ ਹੁਣ ਸਟੈਂਡ ਇਹਦੇ ਲਈ ਵੀ ਕੁਝ ਕਰੋਗੇ, ਕੋਈ ਲੀਗਲ ਚੱਲੋਗੇ ਕੁਝ? ਨਹੀਂ, ਬਿਲਕੁਲ ਜੀ, ਬਿਲਕੁਲ। ਆਮ ਆਦਮੀ ਪਾਰਟੀ ਸੜਕ ਤੋਂ ਲੈ ਕੇ ਸੰਸਦ ਤੱਕ, ਲੈਜਿਸਲੇਟਿਵ ਅਸੈਂਬਲੀ ਤੱਕ ਆਪਣੀ ਆਵਾਜ਼ ਉਠਾਉਂਦੀ ਰਹੀ ਹੈ। ਸਾਡੇ ਜਗਰਾਉਂ ਤੋਂ MLA ਬੀਬੀ ਮਾਣੂਕੇ ਜੀ ਤੇ ਸੁਖਬੀਰ ਕੌਰ ਮਾਣੂਕੇ ਜੀ ਤੇ ਸਾਡੇ LOP ਸਾਹਿਬ ਹਰਪਾਲ ਚੀਮਾ ਜੀ, ਜੋ ਆਪ ਖੁਦ ਇਸ ਕਮਿਊਨਿਟੀ ਤੋਂ ਆਉਂਦੇ ਨੇ,
ਉਹਨਾਂ ਨੇ ਬਹੁਤ ਵੱਡੇ ਉਪਰਾਲੇ ਕੀਤੇ ਨੇ ਇਸ ਕੰਮ ਦੇ ਲਈ, ਸਪੈਸ਼ਲੀ ਚਾਹੇ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਸਪੈਸ਼ਲ ਗੱਲ ਕਰਨ ਦੀ ਗੱਲ ਹੋਵੇ ਤੇ ਬਾਹਰ ਵੀ ਧਰਨੇ ਲਾਉਣ ਦੀ ਗੱਲ ਹੋਵੇ, ਤੇ ਅੱਗੇ ਵੀ ਅਸੀਂ ਇਸ ਮੁੱਦੇ ਤੇ ਡਟ ਕੇ ਚਲੋ ਚਲੋ ਠੀਕ ਹੈ। ਸੰਧੂ ਜੀ, ਤੁਸੀਂ ਸਾਰੀਆਂ ਚੀਜ਼ਾਂ ਸੁਣ ਰਹੇ ਹੋ, ਤਾਂ ਇੱਕ ਚੀਜ਼ ਇਹ ਤੁਹਾਡੇ ਤੋਂ ਜਾਣਨੀ ਚਾਹਾਂਗੇ, ਤੁਸੀਂ ਮੰਨਦੇ ਹੋ ਕਿ ਜਿਹੜਾ ਹੈੱਡ ਕਰਦਾ ਹੁੰਦਾ ਡਿਪਾਰਟਮੈਂਟ ਦਾ, ਦੇਖੋ ਉਹਦੇ ਕਿੰਨੀ ਥਾਵਾਂ ਦੇ ਉੱਤੇ ਸਾਈਨ ਹੁੰਦੇ ਨੇ, ਫਾਈਲਾਂ ਲੰਘਦੀਆਂ ਨੇ, ਪਰਸਨਲ ਸੈਕਟਰੀ ਦੇਖਦੇ ਨੇ, ਤਾਂ ਫਿਰ ਜ਼ਿੰਮੇਵਾਰੀ ਤਾਂ ਉਹਨਾਂ ਦੀ ਵੀ ਬਣਦੀ ਹੈ। ਬਿਲਕੁਲ ਠੀਕ ਹੈ ਤੁਹਾਡੀ ਗੱਲ, ਜ਼ਿੰਮੇਵਾਰੀ ਬਣਦੀ ਹੈ, ਪਰ ਦੇਖੋ ਜਿਹੜਾ ਚੀਫ ਸੈਕਟਰੀ ਹੁੰਦਾ ਉਹ ਡਾਇਰੈਕਟਰ ਨੂੰ ਫਾਈਲ ਦਿੰਦਾ, ਫਾਈਲ ਜਿਹੜੀ ਉਹ ਮੁੜ ਕੇ ਮੰਤਰੀ ਕੋਲ ਆਉਂਦੀ ਹੈ। ਨੋ ਡਾਊਟ ਮੰਤਰੀ ਦਾ ਕੰਮ ਹੁੰਦਾ ਹਰ ਇੱਕ ਫਾਈਲ ਨੂੰ ਚੈੱਕ ਕਰਕੇ ਸਾਈਨ ਕਰਨੇ, ਕਿਉਂਕਿ ਜਿਹੜੇ ਸਾਈਨ ਹੈ ਉਹ ਹੀ ਮੇਨ ਮੰਨੇ ਜਾਂਦੇ ਨੇ। ਪਰ ਧਰਮਸੋਤ ਜੀ ਨੇ ਆਖਿਆ ਵੀ ਇਹ ਮੈਂ ਹਰ ਇੱਕ ਕੰਮ ਬਰੀਕੀ ਨਾਲ ਵੇਖਿਆ, ਉਹ ਕਹਿੰਦੇ ਮੈਨੂੰ ਨਹੀਂ ਪਤਾ ਵੀ ਇਹ ਕਿੱਥੇ ਗੜਬੜ ਹੋਈ ਆ, ਇਹ ਜਾਂਚ ਦਾ ਵਿਸ਼ੇ ਆ, ਜਾਂਚ ਹੋਏਗੀ। ਉਹਨਾਂ ਨੇ ਕੱਲ ਵੀ ਇਹ ਗੱਲ ਕਹੀ ਆ ਵੀ ਜਾਂਚ ਹੋਏਗੀ, ਜਿਹੜਾ ਵੀ ਇਹ 'ਚ ਦੋਸ਼ੀ ਪਾਇਆ ਜਾਏ। ਜਦੋਂ ਉਹਨਾਂ ਨੇ ਜਿਹੜਾ ਵੀ ਕਹਿਤਾ, ਭਾਵੇਂ ਇਟਸੈਲਫ ਖੁਦ ਨੇ, ਜਦੋਂ ਜਾਂਚ ਹੋਏਗੀ ਤੇ ਫਿਰ ਪਰ ਉਹਨਾਂ ਦਾ ਤੇ ਨਾਮ ਹੀ ਨਹੀਂ ਆਇਆ ਵਿੱਚ, ਉਹ ਤਾਂ ਹੀ ਹੁਣ ਉਹ ਕਹਿ ਰਹੇ ਆ, ਕਹਿੰਦੇ ਕਿ ਜਿਹੜਾ ਦੋਸ਼ੀ ਪਾਇਆ ਗਿਆ ਉੱਤੇ ਕਾਰਵਾਈ ਹੋਊਗੀ, ਆਪਣਾ ਨਾਮ ਤਾਂ ਹੈ ਨਹੀਂ। ਦੇਖੋ ਜਿਵੇਂ ਟੀਨੂ ਜੀ ਨੇ ਆਖਿਆ ਨਾ, ਕਿਰਪਾ ਸ਼ੰਕਰ ਸਰੋਜ ਦੀ ਗੱਲ ਕੀਤੀ ਇਹਨਾਂ ਨੇ, ਉਹ ਮਿਸਟਰ ਰੰਧਾਵਾ ਸੀ, ਪਰ ਉਹ ਇਹਨਾਂ ਨੂੰ ਥੋੜਾ ਜਿਹਾ ਭੁਲੇਖਾ, ਉਹ ਵੈਂਕਟ ਰਮਨ ਨੇ ਮਿਸਟਰ ਰੰਧਾਵਾ ਨੂੰ ਕਈ ਘੁਟਾਲਿਆਂ ਦੇ ਵਿੱਚ ਗੜਬੜ ਕਰਦੇ ਸੀ, ਉਹ ਤਾਂ ਉਹਨਾਂ ਨੂੰ ਕੱਢਿਆ ਸੀ, ਤੇ ਮੁੜ ਕੇ ਕਿਰਪਾ ਸ਼ੰਕਰ ਸਰੋਜ ਨੇ ਉਹਨਾਂ ਨੂੰ ਵਾਪਸ ਨਹੀਂ ਲਿਆਂਦਾ। ਫਿਰ ਕਿਰਪਾ ਸ਼ੰਕਰ ਕੱਢਿਆ ਵੈਂਕਟ ਰਮਨ ਨੇ ਸੀ, ਤੇ ਲੈ ਕੇ ਕਿਰਪਾ ਸ਼ੰਕਰ ਸਰੋਜ ਆਏ, ਤੇ ਮੁੜ ਕੇ ਧਰਮਸੋਤ ਜੀ ਨੇ ਉਹਨਾਂ ਨੂੰ ਕਿਹਾ ਸੀ ਵੀ ਇਹ ਬੰਦਾ ਠੀਕ ਨਹੀਂ ਗਾ, ਉਹਨਾਂ ਕੋਲ ਦੀ ਫਾਈਲ ਗਈ, ਤੇ ਉਹਨਾਂ ਨੇ ਫਾਈਲ ਦੇ ਉੱਤੇ ਆਖਿਆ ਵੀ ਨਹੀਂ, ਇਹਨੂੰ ਇੱਕ ਵਾਰੀ ਦੁਬਾਰਾ ਵਿਚਾਰ ਲਓ, ਵੀ ਕਿਸੇ ਦੇ ਗਰੀਬ ਦੀ ਘਰ ਦੀ ਰੋਟੀ ਨਹੀਂ ਜਾਣਦੀ। ਉਹਨਾਂ ਨੇ ਵਿਚਾਰਿਆ, ਤੇ ਵਿਚਾਰ ਕੇ ਦੁਬਾਰਾ ਉਹਨਾਂ ਕੋਲ ਫਾਈਲ ਆਈ, ਉਹਨੇ ਕਿਹਾ ਵੀ ਨਹੀਂ ਇਸ ਮੈਨੇਜ ਕਰਪਟ, ਤੇ ਉਹਨਾਂ ਨੇ ਕਿਹਾ ਠੀਕ ਹੈ, ਇਹਨੂੰ ਨੌਕਰੀ ਤੋਂ ਡਿਸਮਿਸ ਕਰ ਦਿਓ। ਔਰ ਉਹ 4 ਮਹੀਨੇ ਡਿਸਮਿਸ ਰਹਿਣ ਤੋਂ ਬਾਅਦ ਵਿਭਾਗੀ ਕਾਰਵਾਈ ਖੁੱਲੀ, ਫਿਰ ਉਹਨੂੰ ਉਹਦੀ ਡਾਊਨ ਕਰਕੇ ਉਹਨੂੰ ਦੁਬਾਰਾ ਨੌਕਰੀ ਵਿੱਚ ਲਿਆ ਗਿਆ। ਦੇਖੋ ਇਲਜ਼ਾਮ ਲਾ ਦੇਣੇ ਤੇ ਬੜੇ ਸੌਖੇ ਆ, ਮੈਂ ਵੀ ਇਹਨਾਂ ਦੋਨਾਂ ਪਾਰਟੀਆਂ ਦੇ, ਤਿੰਨਾਂ ਪਾਰਟੀਆਂ ਬੈਠੀਆਂ ਨੇ, ਰਵਾਇਤੀ ਇਹਨਾਂ ਦੇ ਘੁਟਾਲਿਆਂ ਦੀ ਮੈਂ ਐਡੀ ਲਿਸਟ ਕੱਢ ਸਕਦਾ, ਪਰ ਨਹੀਂ, ਮੈਂ ਹੁਣ ਉਹੋ ਜਿਹਾ ਰਾਜਨੀਤੀ ਕਰਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ, ਕਿਉਂਕਿ ਮੈਂ ਹੁਣ ਪ੍ਰੋਗਰੈਸਿਵ ਤੇ ਇੱਕ ਚੰਗੀ ਰਾਜਨੀਤੀ ਕਰਨ 'ਚ ਵਿਸ਼ਵਾਸ ਰੱਖਦਾ। ਜੇ ਮੰਨ ਲਿਆ ਘੁਟਾਲਾ ਕਿਤੇ ਹੋਇਆ, ਤੇ ਅਸੀਂ ਜਾਂਚ CBI ਤੋਂ ਕਰਾ ਰਹੇ ਹਾਂ, ਜਿਹੜਾ ਚ ਦੋਸ਼ੀ ਪਾਇਆ ਜਾਏਗਾ, ਮੈਂ ਕਹਿੰਦਾ ਕੋਈ ਵੀ ਹੋਵੇ। ਦੇਖੋ ਸਾਡੀ ਤੇ 40 MLA ਨੇ ਆਖਿਆ ਵੀ ਸਾਡਾ ਮੁੱਖ ਮੰਤਰੀ ਨਹੀਂ ਠੀਕ, ਤੇ ਅਸੀਂ ਮੁੱਖ ਮੰਤਰੀ ਬਦਲ ਦਿੱਤਾ। ਮੈਂ ਕਹਿ ਰਿਹਾ ਸੀ ਵੀ ਦੁੱਧ ਦਾ ਦੁੱਧ, ਪਾਣੀ ਦਾ, ਤੁਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹੋ? CBI ਕਰ ਰਹੀ ਹੈ ਨਾ, CBI ਜਦੋਂ ਜਾਂਚ ਕਰੇਗੀ ਫਿਰ ਕੌਣ ਵਿੱਚ ਰਹਿ ਜਾਏਗਾ? ਜਿਹੜਾ ਦੋਸ਼ੀ ਜਿਹੜਾ ਵੀ ਹੋਏਗਾ, ਸਾਂਪਲਾ ਜੀ ਨੇ ਕਿਹਾ ਵੀ ਜਿਹੜਾ ਵੀ ਦੋਸ਼ੀ ਹੋਏਗਾ, ਕੋਈ ਗੱਲ ਤੇ ਕਰੋ। ਉਹਨਾਂ ਨੇ ਆਖਿਆ ਵੀ ਠੀਕ ਹੈ, ਇਹ ਸਰਕਾਰ ਨੇ ਕੋਈ ਚੰਗੀ ਪਿਰਤ ਪਾਈ ਆ, ਕੋਈ ਜਿਹੜੀਆਂ 2 ਨੰਬਰ ਦੀਆਂ ਨਜਾਇਜ਼ ਬੱਸਾਂ ਚੱਲਦੀਆਂ ਸੀ ਉਹ ਫੜੀਆਂ ਨੇ, ਉਹ ਨਹੀਂ ਤੁਸੀਂ ਐਪਰੀਸ਼ੀਏਟ ਕਰਦੇ। ਇੱਕ ਮੁੱਖ ਮੰਤਰੀ ਇੱਕ ਸ਼ਹੀਦਾਂ ਦੇ ਘਰ ਜਾ ਰਿਹਾ, ਅਰਥੀ ਨੂੰ ਕੰਧਾ ਦੇ ਰਿਹਾ, ਇੱਕ ਪੰਗਤ 'ਚ ਬਹਿ ਕੇ ਰੋਟੀ ਖਾ ਲਿਆ, ਉਹ ਤੁਸੀਂ ਐਪਰੀਸ਼ੀਏਟ ਨਹੀਂ ਕਰਦੇ। ਘੁਟਾਲੇ ਦੀ ਗੱਲ ਕਰ ਰਹੇ ਹੋ, ਅਸੀਂ ਵੀ ਮੰਨ ਰਹੇ ਹਾਂ ਘੁਟਾਲਾ ਹੋਇਆ, ਘੁਟਾਲੇ ਤੋਂ ਬਾਅਦ ਉਹਦੀ ਜਾਂਚ ਹੋ ਰਹੀ ਆ। ਤੁਹਾਡੇ ਮੈਂ ਘੁਟਾਲੇ ਕੱਢਣ ਲੱਗਾ ਤੇ ਤੁਹਾਡੇ ਤੇ ਇੰਨੇ ਢੇਰ ਲੱਗ ਜਾਣੇ, ਪਰ ਤੁਸੀਂ ਪਾਇਦਾਰ ਰਾਜਨੀਤੀ ਕਰਨ ਦੇ ਵਿੱਚ ਵਿਸ਼ਵਾਸ ਹੀ ਨਹੀਂ ਰੱਖਦੇ। ਤੁਸੀਂ ਜਾਣ ਕੇ ਚਾਹੁੰਦੇ ਹੋ ਵੀ ਜਿਸ ਤਰ੍ਹਾਂ ਅਸੀਂ ਅਦਾਲਤ 'ਚ ਇੱਕ ਦੂਜੇ ਨਾਲ ਲੜਦੇ ਹਾਂ, ਉਸ ਤਰ੍ਹਾਂ ਲੜੀ। ਮੇਰੇ ਵੀਰ ਜੀ, ਇਸ ਤਰ੍ਹਾਂ ਚਲੋ ਠੀਕ ਹੈ, ਗੱਲ ਕਰੋ ਤੁਸੀਂ, ਮੈਂ ਤੁਹਾਨੂੰ ਹਰ ਚੀਜ਼ ਦਾ ਜਵਾਬ। ਚਲੋ ਠੀਕ ਹੈ ਸੰਧੂ ਸਾਹਿਬ, ਠੀਕ ਹੈ। ਟੀਨੂ ਜੀ, ਥੋੜਾ ਜਿਹਾ ਤੁਹਾਡੇ ਤੋਂ ਵੀ ਸਮਝਣਾ ਚਾਹਾਂਗੇ, ਜਿਸ ਲੈਵਲ ਦੇ ਉੱਤੇ ਹੁਣ ਚੀਜ਼ਾਂ ਹੋਈਆਂ ਨੇ, ਜਾਂ ਜਿਵੇਂ ਤਖਤਾ ਪਲਟ ਹੋਇਆ ਸੀ ਔਰ ਕਿਹਾ ਗਿਆ ਸੀਗਾ ਕਿ 3 ਮਹੀਨੇ ਦੇ ਸਮੇਂ ਦੇ ਵਿੱਚ ਸਾਰਾ ਕੁਝ ਚੇਂਜ ਕਰ ਦਾਂਗੇ, ਤਾਂ ਚਲੋ ਆਹ ਚੀਜ਼ਾਂ ਦੀ ਸ਼ੁਰੂਆਤ ਹੋਈ ਹੈ। ਇਹ ਕਹਿੰਦੇ ਕਿ ਅਸੀਂ ਇੱਕ ਵੱਡੀ ਕਾਰਵਾਈ ਕਰ ਦਿੱਤੀ, 5 ਜਿਹੜੇ ਅਫਸਰਸ਼ਾਹੀ ਤੇ ਗੱਲ ਸਿੱਟ ਦਿੱਤੀ, ਔਰ ਹੁਣ ਵਿਰੋਧੀ ਪਾਰਟੀਆਂ ਕਹਿੰਦੀਆਂ ਕਿ ਇਹ ਤਾਂ ਇੱਕ ਬਿਲਕੁਲ ਇਹਨਾਂ ਨੇ ਅੱਖਾਂ 'ਚ ਘੱਟਾ ਪਾਇਆ, ਸਿਰਫ ਲੋਕਾਂ ਨੂੰ ਇਹ ਚੀਜ਼ ਦਿਖਾਈ ਜਾ ਰਹੀ ਹੈ ਕਿ ਅਸੀਂ ਕੰਮ ਕਰ ਰਹੇ ਹਾਂ। ਦੇਖੋ ਗਗਨ ਜੀ, ਗੱਲ ਆ ਬਈ, ਇਹ ਤਾਂ ਹੁਣ ਮਹੀਨੇ ਰਹਿ ਗਏ 3 ਕਾਂਗਰਸ ਦੀ ਗਵਰਨਮੈਂਟ, ਤੇ ਇਹਨਾਂ ਨੇ ਜਾਂਚ ਉਹ ਇੱਕ ਚਾਰਜ ਸ਼ੀਟ ਕਰਕੇ ਛੋਟੇ ਜਿਹੇ ਅਧਿਕਾਰੀਆਂ ਨੂੰ, ਇੱਕ ਪ੍ਰਿੰਸੀਪਲ ਚੀਫ ਸੈਕਟਰੀ ਜਾਂਚ ਰਿਪੋਰਟ ਤਿਆਰ ਕਰਕੇ ਦੇ ਰਿਹਾ, ਉਹਨੂੰ ਚੀਫ ਮਿਨਿਸਟਰ ਨੇ 3 ਦਿਨਾਂ 'ਚ ਕਲੀਅਰੈਂਸ ਦੇ ਦਿੱਤੀ, ਉਹਨੂੰ ਕਲੀਨ ਚਿੱਟ ਦੇ ਦਿੱਤੀ, ਤੇ ਹੁਣ ਕਲੀਨ ਚਿੱਟ ਚੰਨੀ ਸਾਹਿਬ ਦੇ ਰਹੇ। ਆ ਮੇਰੇ ਕੋਲ ਚਿੱਠੀ ਆ 20/12/2019 ਦੀ, ਆ ਜਿਹੜੀ ਸਾਹਿਲ ਜੀ ਕਹਿ ਰਹੇ ਨਾ ਗੱਲ ਕਿ ਚਲੋ ਕੋਈ ਕਾਰਵਾਈ ਹੋਈ ਤਾਂ ਹੈ, ਮੈਂ ਇਸ ਗੱਲ ਨਾਲ ਸਹਿਮਤ ਨਹੀਂ, ਕਿਉਂਕਿ ਇਹ ਕਾਰਵਾਈ 17 ਮਹੀਨੇ ਪਹਿਲਾਂ ਹੋ ਚੁੱਕੀ ਆ। ਇਸੇ ਅਧਿਕਾਰੀ ਨੂੰ ਚਾਰਜ ਸ਼ੀਟ ਕੀਤਾ ਗਿਆ ਸੀ, ਇਹਨਾਂ ਦੋਸ਼ਾਂ 'ਚ ਹੀ ਕੀਤਾ ਗਿਆ ਸੀ, ਤੇ ਮੰਤਰੀ ਜੀ ਨੇ ਆ ਚਿੱਠੀ ਮੰਤਰੀ ਦੇ ਸਾਈਨਾਂ ਥੱਲੇ ਆ, ਮੰਤਰੀ ਜੀ ਨੇ ਉਹਦੀ ਮੁਅੱਤਲੀ ਜਿਹੜੀ ਆ ਡਿਸਅਪਰੂਵ ਕਰ ਦਿੱਤੀ ਆ, ਤੇ ਮੰਤਰੀ ਜੀ ਨੇ ਆਪ ਚਿੱਠੀ ਸਾਈਨ ਕਰਕੇ ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਗਿੱਲ ਨੂੰ ਪਾਵਰਾਂ ਦਿੱਤੀਆਂ ਸਾਰੀਆਂ ਪੇਮੈਂਟ ਕਰਨ ਦੀਆਂ, ਡਾਇਰੈਕਟਰ ਨੂੰ ਪਾਸੇ ਕਰ ਦਿੱਤਾ, ਪ੍ਰਿੰਸੀਪਲ ਸੈਕਟਰੀ ਨੂੰ ਪਾਸੇ ਕਰ ਦਿੱਤਾ। ਇਹ ਸਿੱਧਾ ਸਾਦਾ
ਇੱਕ ਸਬੂਤ ਆ ਇਹ ਵੀ ਚੀਜ਼ ਲੱਗਦੀ ਆ ਪੇਮੈਂਟ ਕਰਨ ਦਾ ਸਾਰਾ ਇਹ ਜਿਹੜਾ ਇਹ ਨੁਕਤਾ ਤੁਸੀਂ ਸਾਂਝਾ ਕੀਤਾ, ਇਹ ਵੀ ਆਪਣੇ ਆਪ ਦੇ ਵਿੱਚ ਮਿਸਟੀਰੀਅਸ ਲੱਗਦਾ, ਸ਼ੱਕੀ ਲੱਗਦੀ ਆ ਚੀਜ਼। ਇਹ ਸ਼ੱਕੀ ਆ, ਇਹ ਕਨਫਰਮਡ ਆ, ਇਹ ਸਾਰਾ ਦਫ਼ਤਰ ਜਾਣਦਾ, ਦਫ਼ਤਰ ਦੇ ਚਪੜਾਸੀ ਤੋਂ ਲੈ ਕੇ IAS ਅਫਸਰ ਤੱਕ ਜਾਣਦੇ ਆ ਕਿ ਪੈਸੇ ਲੈ ਕੇ ਪੇਮੈਂਟ ਹੁੰਦੀ ਸੀ, ਪਿਕ ਐਂਡ ਚੂਜ਼ ਹੁੰਦਾ ਸੀ। ਤੇ ਹੁਣ ਦੇਖੋ, ਹੁਣ ਸਿਰਫ ਉਹ ਇੱਕ ਡਿਪਟੀ ਡਾਇਰੈਕਟਰ ਆ, ਉਹ ਕੋਈ IAS ਜਾਂ PCS ਅਧਿਕਾਰੀ ਨਹੀਂ, ਉਹ ਛੋਟਾ ਜਿਹਾ ਅਫਸਰ ਆ। ਤੁਸੀਂ ਦੱਸੋ 64 ਕਰੋੜ ਦਾ ਘੁਟਾਲਾ ਇੱਕ ਛੋਟਾ ਜਿਹਾ ਬਾਬੂ ਦਫ਼ਤਰ ਦਾ ਕਰ ਸਕਦਾ? ਉਹ ਤੋਂ 10-20 ਹਜ਼ਾਰ ਦਾ, ਲੱਖ ਰੁਪਏ ਦਾ ਕਰ ਸਕਦਾ। ਇਹ ਏਡਾ ਵੱਡਾ ਘੁਟਾਲਾ 64 ਕਰੋੜ ਦਾ ਜਿਹੜਾ ਰਿਪੋਰਟ ਵਿੱਚ ਆਇਆ, ਉਹ ਮੰਤਰੀ ਜੀ ਦੀ ਅਸ਼ੀਰਵਾਦ ਤੋਂ ਬਿਨਾ, ਸ਼ਹਿਦ ਤੋਂ ਬਿਨਾ ਨਹੀਂ ਹੋ ਸਕਦਾ। ਬਹੁਤ ਸਾਰੇ ਸਬੂਤ ਆਏ ਆ ਤੇ CBI ਦੀ ਜਾਂਚ ਦੀ ਗੱਲ ਹੋਈ ਆ। ਅੱਛਾ, ਪਹਿਲੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ CBI ਨੂੰ ਜਾਂਚ ਦੇਣਾ ਨਹੀਂ ਚਾਹੁੰਦੀ ਸੀ, ਉਹਨੇ ਸਾਫ਼ ਨਾ ਕਰਤੀ ਵੀ CBI ਸਾਡੇ 'ਚ ਇੰਟਰਫੇਅਰ ਨਾ ਕਰੇ। ਅੱਛਾ, ਹੁਣ ਵੀ ਚੰਨੀ ਜੀ ਦੀ ਸਰਕਾਰ ਨੇ ਵੀ CBI ਨੂੰ ਮਾਮਲਾ ਨਹੀਂ ਦਿੱਤਾ। ਅਸੀਂ ਵੀ CBI ਨੂੰ ਜਾ ਕੇ 1 ਸਾਲ ਪਹਿਲਾਂ ਮਿਲੇ ਸੀ ਅਕਾਲੀ ਦਲ ਵੱਲੋਂ, ਤੇ CBI ਨੇ ਕੀਤਾ ਹੀ ਕੁਛ ਨਹੀਂ 1 ਸਾਲ। ਹੱਲੇ ਵੀ CBI ਨੇ ਕੁਛ ਨਹੀਂ ਕੀਤਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਕੇਂਦਰ ਨਾਲ ਚੰਗੀ ਗੱਲਬਾਤ ਹੈ। ਇਸ ਕਰਕੇ ਸਾਧੂ ਸਿੰਘ ਧਰਮਸੋਤ ਨੂੰ ਬਚਾ ਰਹੇ ਸੀ। ਅਗਰ ਇਹਦੀ ਜਾਂਚ, ਗਗਨ ਜੀ, ਇਹਦੀ ਜਾਂਚ ਨਿਰਪੱਖ ਹੋ ਜਾਵੇ, ਟਾਈਮ ਬਾਉਂਡ ਹੋ ਜਾਵੇ, ਤਾਂ ਸਾਧੂ ਸਿੰਘ ਧਰਮਸੋਤ ਵੀ ਫਸੂਗਾ, ਬਲਵਿੰਦਰ ਸਿੰਘ ਧਾਲੀਵਾਲ ਜਿਹੜੇ ਫਗਵਾੜੇ ਦੇ MLA ਆ ਉਹ ਵੀ ਫਸਣਗੇ, ਕਿਉਂਕਿ ਉਸ ਵੇਲੇ ਡਾਇਰੈਕਟਰ ਵੈਲਫੇਅਰ। ਚਲੋ ਠੀਕ ਹੈ। ਤੇ ਕੈਪਟਨ ਅਮਰਿੰਦਰ ਸਿੰਘ ਵੀ ਫਸਣਗੇ। ਠੀਕ ਹੈ। ਕੈਪਟਨ ਅਮਰਿੰਦਰ ਸਿੰਘ ਵੀ ਫਸਣਗੇ। ਇਹ ਚੰਨੀ ਸਾਹਿਬ ਨੇ ਸਿਰਫ 3 ਮਹੀਨੇ ਟਪਾਉਣ ਵਾਸਤੇ ਇਹ ਐਵੇਂ ਜਾਂਚ ਜਿਹੜੀ ਆ ਇਹ ਇਧਰ ਉਧਰ ਕਰ ਦਿੱਤੀ ਆ। ਇਹ ਠੀਕ ਕਰਾ ਉਹਨਾਂ ਬਾਬੂਆਂ ਦੇ ਸਿਰ ਤੇ ਭੰਨ ਦਿੱਤਾ ਔਰ ਸਾਧੂ ਸਿੰਘ ਧਰਮਸੋਤ ਨੂੰ ਬਚਾ ਲਿਆ। ਲੇਕਿਨ ਅਸੀਂ ਉਹਨੂੰ ਐਕਸਪੋਜ਼ ਕਰਾਂਗੇ ਪਿੰਡਾਂ 'ਚ ਵੀ, ਇਲੈਕਸ਼ਨ 'ਚ ਵੀ। ਔਰ ਇੱਕ ਗੱਲ ਹੋਰ ਹੈ, ਕਾਰਨ ਹੈ ਇੱਕ ਹੋਰ, ਕਿਉਂ ਇਹ ਜਾਂਚ ਜਿਹੜੀ ਇਹ ਮੱਠੀ ਜੀ ਜਾਂਚ ਲਾਈ ਆ, ਕਿਉਂਕਿ ਇਹਨਾਂ ਦੇ MLAs ਦੇ ਕੈਂਡੀਡੇਟ ਨੇ ਹੁਣ ਪਿੰਡਾਂ 'ਚ ਜਾਣਾ ਆ। ਪਿੰਡਾਂ 'ਚ ਵਿਦਿਆਰਥੀ ਔਰ ਵਿਦਿਆਰਥੀਆਂ ਦੇ ਪੇਰੈਂਟਸ ਨੇ ਉਹਨਾਂ MLA ਨੂੰ, ਕਾਂਗਰਸੀਆਂ ਨੂੰ ਪੁੱਛਣਾ ਆ ਬਈ ਤੁਸੀਂ ਸਾਡੇ ਬੱਚਿਆਂ ਦੇ ਪੈਸੇ ਖਾਦੇ ਆ, ਤਾਂ ਇਹ ਕਹਿ ਸਕਣਗੇ ਅਸੀਂ ਤਾਂ ਜੀ ਜਾਂਚ ਲਾਤੀ ਆ। ਜਿਹੜੀ ਜਾਂਚ 2.5 ਸਾਲਾਂ 'ਚ ਕੁਝ ਨਹੀਂ ਬਣਿਆ, ਉਹ 3 ਮਹੀਨੇ ਠੀਕ ਹੈ, ਉਹਦੇ ਵਿੱਚੋਂ ਕੁਝ ਨਹੀਂ ਨਿਕਲਣਾ। ਠੀਕ ਹੈ। ਔਰ ਰਵਿੰਦਰ ਜੀ ਵੀ ਨਾਲ ਨੇ। ਰਵਿੰਦਰ ਜੀ, ਸਿਆਸਤ ਦੇ ਨਾਲ ਜੋੜਿਆ ਜਾ ਰਿਹਾ ਇਹ ਵੀ ਮੁੱਦਾ ਕਿ ਹੁਣ ਵੋਟਾਂ ਲੈਣ ਦਾ ਟਾਈਮ ਹੈ, ਤਾਂ ਉਹੀ ਚੀਜ਼ ਹੈ, ਔਰ ਕਿ ਅਧਿਕਾਰਾਂ ਦਾ ਜਿਹੜਾ ਬਿਲਕੁਲ ਅਧਿਕਾਰ ਇੱਕ ਅਧਿਕਾਰੀ ਨੂੰ ਦੇ ਦਿੱਤੇ ਗਏ, ਲੈਣ ਦੇਣ ਦੇ ਲੈ ਕੇ ਸਾਰੇ। ਬੇਦੀ ਜੀ, ਮੈਂ ਤਾਂ ਪਹਿਲਾਂ ਹੀ ਇਹ ਗੱਲ ਕਹਿ ਰਿਹਾ ਸੀਗਾ, ਬੜੀ ਕਮਾਲ ਦੀ ਗੱਲ ਹੈ। ਸੰਧੂ ਸਾਹਿਬ ਕਹਿ ਤਾਂ ਰਹੇ ਸੀਗੇ ਕਿ ਧਰਮਸੋਤ ਜੀ ਕਹਿ ਰਹੇ ਨੇ ਕਿ ਜਾਂਚ ਦੇ ਵਿੱਚ ਜਿਹੜਾ ਵੀ ਕੁਝ ਹੋਊਗਾ ਅਸੀਂ ਉਹ ਕਰਾਂਗੇ। CBI ਦੀ ਜਾਂਚ ਦੀ ਗੱਲ ਕਰ ਰਹੇ ਹਾਂ। ਸੁਪਰੀਮ ਕੋਰਟ ਤਾਂ ਕਹਿ ਰਿਹਾ ਲਖੀਮਪੁਰ ਵਾਲੇ ਮਾਮਲੇ ਦੇ ਵਿੱਚ ਕਿ ਸਾਨੂੰ ਪਤਾ ਹੈ CBI ਵੀ ਕਿੱਦਾਂ ਜਾਂਚ ਕਰਦਾ। ਜੇ ਪ੍ਰਾਈਮਾ ਫਸਾਈ ਦਿਖ ਰਿਹਾ ਤਾਂ ਪੁਲਿਸ ਚਾਰਜਸ਼ੀਟ ਕਿਉਂ ਨਹੀਂ ਦਰਜ ਕਰ ਰਹੀ? ਦੇਖੋ, ਆਪੇ ਨਹੀਂ ਮੈਂ ਰੱਜੀ ਸੀ, ਆਪੇ ਮੇਰੇ ਬੱਚੇ ਸੀ, ਹੈ ਨਾ, ਆਪੇ ਹੀ ਸਭ ਕੁਝ ਕਰਿਆ ਹੋਇਆ, ਆਪੇ ਹੀ ਮੈਂ ਉਸ ਗੱਲ ਨੂੰ ਕਹੀ ਜਾਵਾਂ ਕਿ ਸਾਨੂੰ ਫੜ ਲਓ। ਤੁਸੀਂ ਇਹ ਦੇਖੋ ਵੀ ਜਦੋਂ ਪ੍ਰਾਈਮਾ ਫਸਾਈ ਇਹ ਗੱਲ ਆਮ ਬੰਦੇ ਨੂੰ ਸਮਝ ਆਉਂਦੀ ਹੈ ਕਿ ਮੰਤਰੀ ਤੋਂ ਬਗੈਰ, ਮੰਤਰੀ ਦੀ ਗੱਲ ਕਰਦੇ ਹੋ, ਪੰਜਾਬ ਦੇ ਵਿੱਚ ਤਾਂ MLA ਤੋਂ ਬਗੈਰ SHO ਕੀ, BDPO ਕੀ, ਆਪਣਾ SDO ਕੀ, ਐਕਸ਼ਨ ਕੀ, ਇੱਕ ਪੱਤਾ ਨਹੀਂ ਹਿਲਾ ਸਕਦਾ। ਮੰਤਰੀ ਨੇ ਏਡਾ ਵੱਡਾ ਕੰਮ ਕਿੱਦਾਂ ਕਰ ਲਿਆ? ਇਹ ਪੰਜਾਬ ਦੀ ਮੈਂ ਤੁਹਾਨੂੰ ਅਸਲ ਰਿਐਲਿਟੀ ਦੱਸ ਰਿਹਾ ਸਿੱਧੇ ਸ਼ਬਦਾਂ ਦੇ ਵਿੱਚ। ਇੱਕ MLA ਤੋਂ ਬਗੈਰ SDM, DSP, SHO ਇੱਕ ਪੈਰ ਨਹੀਂ ਪੱਟ ਸਕਦਾ। ਮੰਤਰੀ ਤੋਂ ਬਗੈਰ ਡਿਪਟੀ ਡਾਇਰੈਕਟਰ ਨੇ ਏਡਾ ਵੱਡਾ ਕਦਮ ਕਿੱਥੇ ਕਰ ਲਿਆ? ਇਹ ਸਿਰਫ ਤੇ ਸਿਰਫ ਦੇ ਵਿੱਚ ਲੋਕਾਂ ਨੂੰ ਦਿਖਾਉਣ ਵਾਸਤੇ ਕੰਮ ਹੋ ਰਿਹਾ। ਅਸਲ ਦੇ ਵਿੱਚ ਧਰਾਤਲ ਦੇ ਉੱਪਰ ਕੋਈ ਗੱਲ ਨਹੀਂ ਹੈ। ਆਖਰ ਨੂੰ ਦੇਖ ਆ ਜਿਹੜੇ ਇਹਨਾਂ ਨੇ ਆਪਣੇ ਕਰਮਚਾਰੀ ਚਾਰਜ ਸ਼ੀਟ ਵੀ ਕਰ ਰਹੇ ਨੇ, ਨੈਤਿਕਤਾ ਕਿੱਥੇ ਗਈ ਆ ਕਾਂਗਰਸ ਪਾਰਟੀ ਦੀ? ਤੁਹਾਡੀ ਸਰਕਾਰ ਤਾਂ ਨਹੀਂ ਗਏ, ਤੁਹਾਡੇ ਕੋਲ ਹੈ ਨੇ, ਤੁਸੀਂ ਨੈਤਿਕਤਾ ਦੇ ਆਧਾਰ ਤੇ ਕਾਰਵਾਈ ਕਰੋ। ਆਪਣੀ ਪਾਰਟੀ ਦੇ ਮੁੱਢਲੇ ਮੈਂਬਰ ਸਾਧੂ ਸਿੰਘ ਧਰਮਸੋਤ ਨੂੰ ਕੱਢੋ, ਕਿ ਲੋਕਾਂ ਨੂੰ ਇੱਕ ਐਗਜ਼ਾਮਪਲ ਦਾ ਸੈੱਟ ਕਰੋ। ਠੀਕ ਹੈ, ਮਿਸਾਲ ਕਹਿੰਦੇ ਸੈੱਟ ਕਰੋ। ਠੀਕ ਹੈ। ਸਾਹਿਲ ਜੀ ਹੋਰਾਂ ਤੋਂ ਲਈਏ ਇੱਕ ਕਮੈਂਟ, ਉਸ ਤੋਂ ਬਾਅਦ ਨਰਿੰਦਰ ਜੀ ਦੇ ਨਾਲ ਸਮਾਪਤੀ ਕਰਾਂਗੇ। ਸਾਹਿਲ ਜੀ, ਤੁਸੀਂ ਸੁਣਿਆ ਜੋ ਟੀਨੂ ਜੀ ਹੋਰਾਂ ਦੇ ਵੱਲੋਂ ਕਿਹਾ ਗਿਆ, ਕਹਿੰਦੇ CBI ਤੇ ਵੀ ਯਕੀਨ ਘੱਟ ਹੀ ਹੈ। ਜੀ ਮੈਂ ਸੁਣ ਰਿਹਾ ਸੀ ਸਾਰਿਆਂ ਨੂੰ, ਸਾਰੇ ਮੇਰੇ ਤੋਂ ਸੀਨੀਅਰ ਨੇ, ਮੈਂ ਸਾਰਿਆਂ ਨੂੰ ਸੁਣ ਰਿਹਾ ਸੀ। ਮੈਂ ਟੀਨੂ ਜੀ ਨੇ ਗੱਲ ਕਿਹਾ ਕਿ ਸਾਹਿਲ ਜੀ ਨੇ ਕਿਹਾ ਕਿ ਮੈਂ ਸੈਟੀਸਫਾਈ ਹਾਂ ਕਿ ਕਾਰਵਾਈ ਕੀਤੀ। ਮੈਂ ਇਹ ਨਹੀਂ ਕਿਹਾ ਜੀ ਕਿ ਮੈਂ ਸੈਟੀਸਫਾਈ ਹਾਂ, ਮੈਂ ਇਹ ਕਿਹਾ ਕਿ ਸ਼ੁਕਰ ਹੈ, ਧੰਨਵਾਦੀ ਹਾਂ ਕਿ ਇੰਨੀ ਮੰਨਿਆ ਕਿ ਅਸੀਂ ਬੱਚਿਆਂ ਦੇ ਹੱਕ ਮਾਰੇ ਆ, ਅਸੀਂ ਉਹ ਬੱਚਿਆਂ ਦੇ ਹੱਕਾਂ ਤੇ ਡਾਕਾ ਮਾਰਿਆ। ਮੈਂ ਧੰਨਵਾਦੀ ਹਾਂ ਉਸ ਚੀਜ਼ ਦਾ ਕਿ ਨਹੀਂ ਉਹ ਮੰਨਣਾ ਸ਼ੁਰੂ ਕੀਤਾ। ਇਹ ਮੰਨਦੇ ਹੀ ਨਹੀਂ ਸੀ 14 ਮਹੀਨਿਆਂ ਤੋਂ। ਮੈਂ ਇੰਨਾ ਜਾਣਦਾ ਕਿ ਨੈਸ਼ਨਲ SC ਕਮਿਸ਼ਨ ਵੱਲੋਂ ਔਰ CBI ਵੱਲੋਂ ਲਗਾਤਾਰ
ਜਿਹੜੀ ਸੂਬਾ ਸਰਕਾਰ ਹੈ ਉੱਤੇ ਪ੍ਰੈਸ਼ਰ ਬਣਾਇਆ ਗਿਆ ਕਾਰਵਾਈ ਕਰਨ ਲਈ, ਔਰ ਇਸੇ ਦਾ ਹੀ ਨਤੀਜਾ ਹੈ ਕਿ ਉਹਨਾਂ ਨੂੰ ਬਾਰ-ਬਾਰ ਸੰਮਨ ਕੀਤਾ ਜਾ ਰਿਹਾ ਸੀ, ਪੁੱਛਿਆ ਜਾ ਰਿਹਾ ਸੀ ਕਿ ਕਾਰਵਾਈ ਕਿਉਂ ਨਹੀਂ ਕਰ ਰਹੇ, ਜੇ ਕਰ ਰਹੇ ਤੇ ਕਿਹਨਾਂ ਤੇ ਕਰ ਰਹੇ, ਔਰ ਉਹਦਾ ਹੀ ਨਤੀਜਾ ਹੈ ਕਿ ਅੱਜ ਜੋ ਕਾਰਵਾਈ ਚਾਹੇ ਇਹਨਾਂ ਨੇ ਪੂਰੀ ਨਹੀਂ ਕੀਤੀ, ਸਾਧੂ ਸਿੰਘ ਧਰਮਸੋਤ ਜੀ ਨੂੰ ਛੱਡਤਾ। ਮਗਰ ਮੈਨੂੰ ਉਮੀਦ ਹੈ ਕਿ ਜਲਦੀ ਉਹਨਾਂ ਦਾ ਨਾਮ ਠੀਕ ਹੈ ਉਮੀਦ ਹੈ ਜੋ ਇਹ ਵਿਦਰੋਹ ਦੇ ਨਾਲ ਠੀਕ ਹੈ। ਟੀਨੂ ਜੀ ਵੀ ਦੇਣਾ ਚਾਹੁੰਦੇ ਕਮੈਂਟੀ ਨੂੰ ਜੀ, ਬਹੁਤ ਬਰੀਫ ਚ ਫਿਰ ਰੱਖਿਓ, ਸੰਧੂ ਜੀ ਵੀ ਵੇਟ ਕਰ ਰਿਹਾ। ਹਾਂਜੀ ਟੀਨੂ ਜੀ। ਦੇਖੋ ਗਗਨ ਜੀ, ਗੱਲ ਇਹ ਆ ਬਈ ਇਹ ਤਾਂ ਸਾਰਾ ਪੰਜਾਬ ਜਾਣਦਾ ਕਿ ਬਹੁਤ ਵੱਡਾ ਕਪੜਾ ਹੋਇਆ, 2 ਲੱਖ ਬੱਚਾ ਹਾਇਰ ਐਜੂਕੇਸ਼ਨ ਤੋਂ ਵਾਂਝਾ ਰਹਿ ਗਿਆ। ਔਰ ਮੈਨੂੰ ਇਸ ਗੱਲ ਦਾ ਵੀ ਅਫਸੋਸ ਹੈ ਕਿ ਕਾਂਗਰਸ ਵਿੱਚ ਬੈਠੇ ਕਿਸੇ ਐਮਐਲਏ ਨੇ, ਕਿਸੇ ਮੰਤਰੀ ਨੇ ਕਦੀ ਨਹੀਂ ਮੂੰਹ ਖੋਲਿਆ। ਤੇ ਹੁਣ ਚੰਨੀ ਜੀ ਸ਼ਡਿਊਲ ਕਾਸਟ ਭਾਈਚਾਰੇ ਚੋਂ ਆਉਂਦੇ ਆ, ਚੰਨੀ ਜੀ ਨੂੰ ਸਖਤ ਸਟੈਂਡ ਲੈਣਾ ਚਾਹੀਦਾ। ਚਲੋ ਇੱਕ ਮੈਸੇਜ ਦੇਣਾ ਚਾਹੀਦਾ ਸੀ। ਤੁਹਾਨੂੰ ਲੱਗਦਾ ਕਿ ਨਹੀਂ ਲਿਆ ਉਹਨਾਂ ਨੇ ਵੀ ਉਹ ਸਟੈਂਡ? ਚਲੋ ਠੀਕ ਹੈ। ਅੱਛਾ ਨਰਿੰਦਰ ਜੀ, ਲਾਸਟ ਕਮੈਂਟ ਤੁਹਾਡੇ ਤੋਂ ਲੈਣਾ ਵਾ। ਇਹ ਜੋ ਚੀਜ਼ਾਂ ਹੋਈਆਂ ਉਹ ਸਾਰੇ ਹੀ ਕਹਿ ਰਹੇ ਆ, ਕਹਿੰਦੇ ਅੱਖਾਂ ਦੇ ਵਿੱਚ ਘੱਟਾ ਪਾ ਰਿਹਾ, ਹੋਰ ਕੁਝ ਨਹੀਂ ਹੋ ਰਿਹਾ। ਪਹਿਲਾਂ 4.5 ਸਾਲ ਕੁਝ ਨਹੀਂ ਕੀਤਾ, ਹੁਣ ਵੀ ਇੱਕ ਬਿਲਕੁਲ ਆਈ ਵਾਸ਼ ਹੈ ਇਹ ਸਾਰਾ ਕੁਝ। ਬਹੁਤ ਬਰੀਫ ਦੇ ਵਿੱਚ ਦਿਓ ਕਿ ਹੋ ਜਾਊਗਾ ਕੁਝ ਲੋਕਾਂ ਨੇ, ਜਾਂ ਫਿਰ ਕਹਿ ਲਓ ਕਿ ਤੁਸੀਂ ਆਪਣੇ ਵਿਦਨ ਕਾਂਗਰਸ ਦੇ ਜਿਹੜੇ ਮੰਤਵ ਦੇ ਨਾਲ ਤਖਤਾ ਪਲਟ ਹੋਇਆ ਸੀਗਾ ਕਿ ਅਸੀਂ ਲੋਕਾਂ ਦੇ ਵਿੱਚ ਜਾਣਾ, ਜਾ ਪਾਉਣਗੇ ਐਤਕੀ ਲੋਕਾਂ ਦੇ ਵਿੱਚ ਵੋਟਾਂ ਮੰਗਣ ਦੇ ਲਈ? ਗਗਨ ਜੀ, ਇਲਜ਼ਾਮ ਮੇਰੇ ਤੇ ਤਿੰਨ ਪਾਰਟੀਆਂ ਆਉਂਦੀਆਂ ਨੇ ਤੇ ਮੇਰੇ ਕੋਲ ਟਾਈਮ ਬਰੀਫ ਦੇ ਵਿੱਚ ਦੱਸਣ ਵਾਸਤੇ ਹੁੰਦਾ। ਅਸਲ ਵੇਖੋ ਹੁਣ ਸਾਂਪਲਾ ਜੀ ਨੇ ਵੀ ਪੁੱਛਿਆ, ਉਹ ਛੱਜ ਤੇ ਬੋਲੇ ਛਾਨਣੀ ਬੋਲੇ। ਘੁਟਾਲਿਆਂ ਦੀ ਤੇ ਇਹਨਾਂ ਦੀ ਸਰਕਾਰ ਰਹੀ ਆ, ਕਿੰਨੇ ਘੁਟਾਲੇ ਮੈਂ ਗਿਣਾ ਸਕਦਾ, ਕੋਲਾ ਘੁਟਾਲਾ, ਹਜ਼ਾਰਾਂ ਹੀ ਘੁਟਾਲੇ ਨੇ। ਤੇ ਇਹ ਮੈਨੂੰ ਕਹਿ ਰਹੇ ਤੁਸੀਂ ਘੁਟਾਲਾ, ਉਹ ਭਾਈ ਅਸੀਂ ਘੁਟਾਲੇ, ਮੈਨੂੰ ਲੱਗਦਾ ਤੁਸੀਂ ਗਲਤੀ ਨਾਲ ਉਹ ਕਰਕੇ ਕਨਫਿਊਜ਼ ਹੋ ਗਏ। ਉਹ ਕਾਂਗਰਸ ਦੇ ਘਟੇਲਿਆਂ ਦੀ ਨਹੀਂ ਕਰਕੇ, ਕੋਲ ਘਟਾਲਾ ਸਕੈਮ ਤੁਹਾਡੀ ਕਾਂਗਰਸ ਪਾਰਟੀ ਦਾ ਸਰ। ਇੱਕ ਵਾਰੀ ਦੁਬਾਰਾ ਚੈੱਕ ਕਰੋ, ਫੈਕਟ ਚੈੱਕ ਕਰੋ। ਮੈਂ ਕਹਿੰਦਾ ਦਸਤਾ ਗੱਲ ਇੱਕ ਵਾਰੀ ਇਹ ਤੋਂ ਲੈ ਕੇ ਜ਼ੈਡ ਤੱਕ ਘਟਾਲਿਆਂ ਦੀ ਲਿਸਟ ਹੈ ਕਾਂਗਰਸ ਦੀ। ਤੁਸੀਂ ਸੁਣਦੇ ਨਹੀਂ, ਤੁਸੀਂ ਕਨਫਿਊਜ਼ ਕਰ ਗਏ। ਚਲੋ ਸਾਂਪਲਾ ਜੀ, ਆਪਾਂ ਲੈ ਲਈਏ, ਆਪਣੇ ਕੋਲ ਸਮਾਂ ਬਹੁਤ ਘੱਟ ਹੈ। ਤੁਸੀਂ ਮੁੱਦੇ ਦਾ ਜਵਾਬ ਚਲੋ ਆਪਾਂ ਲੈਣੇ ਆ। ਨਰਿੰਦਰ ਜੀ ਕਰੋ ਬਰੀਫ ਦੇ ਵਿੱਚ। ਮੈਂ ਪੁੱਛਣਾ ਕਿ ਮੇਰਾ ਤੇ ਇੱਕੋ ਹੀ ਸਵਾਲ ਹੈ ਜੀ, 4.5 ਸਾਲ ਤੁਸੀਂ ਕਰਦੇ ਕੀ? ਚਲੋ 4.5 ਸਾਲ ਦਾ ਵੀ ਦੱਸ ਦਿਓ ਬਰੀਫ ਦੇ ਵਿੱਚ। ਹਾਂਜੀ ਬਰੀਫ ਦੇ ਵਿੱਚ, ਬਹੁਤ ਬਰੀਫ। ਗਗਨ ਜੀ ਮੈਂ 4.5 ਲਓ ਬਰੀਫ ਦੇ ਵਿੱਚ ਦੱਸਦਾ ਕੀ ਕੀਤਾ, ਸੁਣ ਲਓ। 5.64 ਲੱਖ ਕਿਸਾਨਾਂ ਨੂੰ ਅਸੀਂ 4624 ਕਰੋੜ ਰੁਪਏ ਦਾ ਕਰਜ਼ਾ ਮਾਫ ਕੀਤਾ। ਹੁਣ ਬੋਲਿਓ ਨਾ, ਹੁਣ ਸੁਣਨਾ ਹੈ ਤੁਸੀਂ, ਮੈਂ ਤੁਹਾਨੂੰ ਫੈਕਟ ਸੁਣਾਉਣ ਲੱਗਾ। ਅੱਛਾ 14.23 ਲੱਖ ਨੂੰ ਟਿਊਬਲ ਨੂੰ ਫ੍ਰੀ ਬਿਜਲੀ ਲਗਾਤਾਰ ਜਾਰੀ ਰੱਖੀ। ਚਲੋ ਨਰਿੰਦਰ ਜੀ ਮੰਨ ਲਿਆ ਕਿ ਬਹੁਤ ਕੁਝ ਕੀਤਾ, ਪਰ ਇਸ ਮੁੱਦੇ ਦੇ ਉੱਤੇ ਪਾਰਦਰਸ਼ਤਾ ਦੇ ਨਾਲ ਕਾਰਵਾਈ ਹੋਊਗੀ, ਕਿਉਂਕਿ ਜਿਵੇਂ ਸਾਂਪਲਾ ਜੀ ਨੇ ਕਿਹਾ ਔਰ ਸਾਹਿਲ ਜੀ ਕਹਿ ਰਹੇ ਨੇ, ਰਵਿੰਦਰ ਜੀ ਕਹਿ ਰਹੇ, ਕਹਿੰਦੇ ਕਿ ਐਡੇ ਬੱਚੇ ਜਿਹੜੇ ਡਿਜ਼ਰਵਿੰਗ ਸੀਗੇ, ਵੀਕਰ ਸੈਕਸ਼ਨ ਚੋਂ ਆਉਂਦੇ ਨੇ, ਉਹਨਾਂ ਦਾ ਪੈਸਾ ਸੀਗਾ ਤੇ ਪੜ੍ਹਾਈ ਤੋਂ ਵੰਚਿਤ ਰਹਿ ਗਏ। ਸਾਨੂੰ ਵੀ ਦੁੱਖ ਆ ਪਰ ਦੁੱਧ ਠੀਕ ਹੈ ਦੁੱਧ ਪਾਣੀ ਦਾ ਪਾਣੀ ਹੋਏਗਾ। ਟ੍ਰਾਂਸਪੇਰੈਂਟ ਤਰੀਕੇ ਦੇ ਨਾਲ ਇਹ ਕਾਰਵਾਈ ਹੋਵੇਗੀ। ਧੰਨਵਾਦ ਕਰਦੇ ਹਾਂ ਸਾਰੇ ਮਹਿਮਾਨਾਂ ਦਾ। ਸਮਾਂ ਸਾਡੇ ਕੋਲ ਇੰਨਾ ਹੀ ਸੀ। ਪਵਨ ਕੁਮਾਰ ਟੀਨੂ ਜੀ ਦਾ, ਸਾਹਿਲ ਸਾਂਪਲਾ ਜੀ ਦਾ, ਰਵਿੰਦਰ ਜੀ ਦਾ ਔਰ ਨਰਿੰਦਰ ਸੰਧੂ ਜੀ ਦਾ, ਸਾਰੇ ਮਹਿਮਾਨਾਂ ਦਾ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਔਰ ਸਾਨੂੰ ਸਮਾਂ ਦੇਣ ਦੇ ਲਈ। ਆਸ ਉਮੀਦ ਕਰਦੇ ਤੁਹਾਨੂੰ ਸਾਡੀ ਇਹ ਪੇਸ਼ਕਸ਼ ਪਸੰਦ ਆਈ ਹੋਵੇਗੀ। ਲਗਾਤਾਰ ਬਣੇ ਰਹੋ ਫਾਸਟ ਨਿਊਜ਼ ਦੇ ਨਾਲ। ਧੰਨਵਾਦ।